ਹਰਜੋਤ ਕਮਲ ਕੋਈ ਬਹੁਤ ਵੱਡਾ ਸੈਲੀਬ੍ਰਿਟੀ ਨਹੀਂ। ਜਦੋਂ ਚੰਨੀ ਸਾਹਿਬ ਨੇ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਘਰ ਬੁਲਾ ਕੇ, ਤੁਸੀਂ ਮੰਨ ਗਏ ਕਿ ਨਹੀਂ? ਪਾਰਟੀਆਂ ਲਾਲਚ ਕਰਨ ਲੱਗ ਪਈਆਂ। ਇਹਨਾਂ ਨੂੰ ਕਿਤੇ ਨਾ ਕਿਤੇ ਐਂ ਲੱਗਦਾ ਕਿ ਇਸ ਬੰਦੇ ਦੀ ਫੈਨ ਫੋਲੋਇੰਗ ਬਹੁਤ ਹੈ, ਇਹਨੂੰ ਚੱਕ ਲਈਏ। ਤੇ ਫਿਰ ਹਾਲਤ ਤਾਂ ਫਿਰ ਉਹੀ ਹੋਣਾ ਜੋ ਗੁਰਦਾਸਪੁਰ 'ਚ ਸਨੀ ਦਿਓਲ ਦੇ ਪੋਸਟਰ ਲਾ ਕੇ ਲੱਭੀ ਜਾਂਦੇ ਆ। ਮੈਨੂੰ ਸਮਝ ਨਹੀਂ ਲੱਗਦੀ, ਨਵਜੋਤ ਸਿੱਧੂ ਐਡੇ ਵੱਡੇ ਆਪ ਸੈਲੀਬ੍ਰਿਟੀ, ਐਡਾ ਉਹਨਾਂ ਦਾ ਚਿਹਰਾ, ਕੀ ਲੋੜ ਆ ਮਗਰ ਮਗਰ ਤੁਰੇ ਫਿਰਦੇ ਇਹਨਾਂ ਦੇ ਮਗਰ ਮਗਰ। ਤਾਂ ਤੂੰ ਤਾੜੀ ਠੋਕਦੇ ਠੋਕਦੇ ਮੈਨੂੰ ਹੀ ਠੋਕ ਗਈ। ਫੈਸਲਾ ਪਾਰਟੀ ਨੇ ਚੰਗਾ ਨਹੀਂ ਕੀਤਾ। ਸੋ ਇੰਨਾ ਕੰਮ ਕੀਤਾ ਹੋਵੇ ਜਿਸ ਸੰਗਠਨ ਨੂੰ ਮਜ਼ਬੂਤ ਕਰਨ ਲਈ, ਉਹਦੇ ਵਿੱਚੋਂ ਤੁਹਾਨੂੰ ਮੱਖਣ 'ਚੋਂ ਵਾਲ ਵਾਂਗੂ ਕੱਢ ਕੇ ਮਾਰ ਦਿਓ, ਉਹ ਵੀ ਤੁਹਾਡੀ ਕੋਈ ਗਲਤੀ ਨਾ ਹੋਵੇ। ਮੈਂ ਤਾਂ ਜੇ ਸੈਲਫੀ ਦੇਖੀ ਜਾਂਦਾ ਤੇ ਉਹ ਥੱਲਿਓਂ ਫਟਾ ਕੱਢਣ ਪੈ ਗਏ। ਜੇ ਤੁਸੀਂ ਕਿਸੇ ਦੇ ਉੱਤੇ ਬੰਬ ਸਿੱਟੋਗੇ ਤੇ ਫਿਰ ਉਹ ਵੀ ਲੱਕ ਨਾਲ ਬੰਬ ਬੰਨ੍ਹ ਕੇ ਤੁਹਾਡੇ ਕੈਂਡੀਡੇਟ ਦੇ ਉੱਤੇ ਹੀ ਛਾਲ ਮਾਰਨੀ। ਅੱਜ ਹਰਜੋਤ ਕਮਲ ਇੰਨਾ ਪਾਵਰਫੁੱਲ, ਇੰਨਾ ਵੱਡਾ ਨਹੀਂ ਬਣ ਗਿਆ ਕਿ ਅੱਜ ਮੈਂ ਕਿਸੇ ਵੀ ਜਾ ਕੇ ਥਾਂ 'ਤੇ ਖੜਾ ਹੋਵਾਂ ਤਾਂ ਲੋਕ ਕਹਿਣਗੇ ਹਰਜੋਤ ਕਮਲ ਆ ਗਿਆ, ਇਹਨੂੰ ਜਿਤਾ ਦਿਓ। ਇੱਕ ਚੀਜ਼ ਦਾ ਇਸ ਗੱਲ ਦਾ ਵੀ ਦੁੱਖ ਹੈ ਕਿ ਅਸੀਂ ਉਸ ਕਾਂਗਰਸ ਪਾਰਟੀ ਨੂੰ ਹਿੰਦੁਸਤਾਨ 'ਤੇ ਰਾਜ ਕਰਦੀ ਤੋਂ 2-3 ਸੂਬਿਆਂ 'ਤੇ ਸਮੇਟ ਕੇ ਲੈ, ਪਰ ਜਿਹੜੇ ਹੁਣ ਲੱਛਣ ਚੱਲੀ ਜਾਂਦੇ ਅਸੀਂ ਇੱਥੋਂ ਵੀ ਉਡਾ ਲੈਂਦੇ। ਕਹਿੰਦੇ ਨਹੀਂ ਇਹ ਸਾਰਾ ਕੁਝ ਐਕਸੀਡੈਂਟਲੀ ਹੋ ਗਿਆ। ਮੈਂ ਕਿਹਾ ਇਹੋ ਜਿਹਾ ਐਕਸੀਡੈਂਟ ਜਿਹਦੇ 'ਚ ਤੁਹਾਡਾ ਤਾਂ ਸੁਵਰ ਗਿਆ, ਮੇਰੀ ਲੱਤ ਭੰਨਤੀ ਤੁਸੀਂ। ਕਿੰਨਾ ਕੰਮ ਹਰਜੋਤ ਕਮਲ ਨੇ ਕਰੋਨਾ ਦੇ ਦਿਨਾਂ 'ਚ ਮੋਗੇ ਲਈ ਕੀਤਾ, ਉਹਨਾਂ ਤਾਂ ਇਹਨਾਂ ਨੂੰ ਪੁੱਛੋ ਕੀਤਾ ਕੋਈ? ਜਿਸ ਪਾਰਟੀ ਦੇ ਵਾਸਤੇ ਮੈਂ ਇੰਨਾ ਕੰਮ ਕੀਤਾ ਸੀ, ਉਹ ਮੇਰੇ ਹੱਥੋਂ ਖੋਣ ਪੈ ਗਈ ਤੇ ਮੈਨੂੰ ਵੱਢਣ ਪੈ ਗਈ। ਕਮੀਨਾ, ਕੁੱਤਾ ਜਾਂ ਇਹੋ ਜਿਹੇ ਸ਼ਬਦ ਜਿਹੜੇ ਸ਼ਾਇਦ ਕੈਮਰੇ ਮੂਹਰੇ ਬੋਲੇ ਵੀ ਨਹੀਂ ਜਾ ਸਕਦੇ। ਨਾ ਮੈਨੂੰ ਰਾਜਨੀਤੀ ਆਈ ਹੈ, ਨਾ ਮੈਂ ਸਿੱਖਣੀ ਹੈ। ਮੈਨੂੰ ਲੱਗਦਾ ਜੇ ਮੈਂ ਸਿੱਖਣ ਵੀ ਲੱਗ ਪਿਆ ਮੈਨੂੰ ਆਉਣੀ ਨਹੀਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟੈਣਾ ਤੇ ਪ੍ਰੋਗਰਾਮ ਪ੍ਰਾਈਮ ਇਲੈਕਸ਼ਨ ਲੈ ਕੇ ਹਾਜ਼ਰ ਹਾਂ। ਚੋਣ ਦੰਗਲ ਸਿਖਰ ਦੇ ਉੱਤੇ ਆ। ਕਦੇ ਕੋਈ ਖਬਰ, ਕਦੇ ਕੋਈ ਕਿਸੇ ਦੇ ਪੈਰ ਮਿੱਧ ਗਿਆ, ਕਦੇ ਕੋਈ ਕਿਸੇ ਨੂੰ ਕੁਛ ਕਹਿ ਗਿਆ, ਕਦੇ ਦੋਸ਼ਾਂ ਦੀ ਵਾਛੜ, ਕਦੇ ਕੋਈ। ਹੈਰਾਨੀ ਹੁੰਦੀ ਹੈ ਵੀ ਪੰਜਾਬ ਦੇ ਵਿੱਚ ਚੱਲੀ ਕੀ ਜਾਂਦਾ। ਕਈਆਂ ਦੀਆਂ ਟਿਕਟਾਂ ਦੇ ਉੱਤੇ ਕੈਂਚੀ ਚੱਲਣੀ ਆ। ਅਖਬਾਰ ਦੇ ਵਿੱਚ ਅੱਜ ਖਬਰ ਪੜ੍ਹੀ ਕਿ 2 ਦਰਜਨ ਦੇ ਕਰੀਬ ਕਾਂਗਰਸੀ ਵਿਧਾਇਕਾਂ ਦੀ ਟਿਕਟ ਦੇ ਉੱਤੇ ਗੰਡਾਸਾ ਫਿਰਨਾ, ਕੈਂਚੀ ਚੱਲ ਜਾਣੀ ਆ। ਬਹੁਤ ਸਾਰੇ ਕਾਰਨ ਹੋਰ ਵਿੱਚੋਂ ਲੱਭਣਗੇ, ਪਰ ਅੱਜ ਸਾਡੇ ਸਟੂਡੀਓ ਦੇ ਵਿੱਚ ਪ੍ਰਾਈਮ ਇਲੈਕਸ਼ਨ ਦੇ ਵਿੱਚ ਆਏ ਨੇ ਡਾਕਟਰ ਹਰਜੋਤ ਕਮਲ, ਜਿਹੜੇ ਕਿ ਇਸ ਵਕਤ ਮੋਗਾ ਖੇਤਰ ਤੋਂ, ਮੋਗਾ ਵਿਧਾਨ ਸਭਾ ਹਲਕਾ ਤੋਂ ਕਾਂਗਰਸ ਦੇ ਵਿਧਾਇਕ ਨੇ। ਇਹਨਾਂ ਦੇ ਉੱਤੇ ਵੀ ਮਾਰ ਪੈ ਰਹੀ ਆ। ਹਾਲਾਂਕਿ ਦੱਸਣਗੇ ਵੀ ਮਾਰ ਕਿੰਨੀ ਕੁ ਪੈ ਰਹੀ ਹੈ ਤੇ ਕਿੰਨੀ ਕੁ ਪੈ ਚੁੱਕੀ ਹੈ ਤੇ ਕੀ ਕੁਝ ਹੋ ਸਕਦਾ ਹੈ। ਪਰ ਪਹਿਲਾਂ ਸਵਾਗਤ ਕਰ ਲਏ ਤੇ ਫਿਰ ਅਗਲੀ ਗੱਲਬਾਤ। ਬਾਈ ਜੀ ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਟੈਣਾ ਸਾਹਿਬ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਅੱਜ ਐਂ ਬਹਿ ਕੇ। ਅੱਗੇ ਦੂਰੋਂ ਤੁਹਾਨੂੰ ਦੂਰਦਰਸ਼ਨ ਵਰਗੇ ਟੈਲੀਵਿਜ਼ਨ ਤੋਂ ਹੀ ਦੇਖਦੇ ਸੀਗੇ। ਮਿਹਰਬਾਨੀ। ਵਧੀਆ ਸਬੱਬ ਬਣ ਗਿਆ ਅੱਜ। ਠੀਕ ਠਾਕ ਹੋ? ਹੌਸਲੇ 'ਚੋਂ ਜਮਾ ਚੜ੍ਹਦੀ ਕਲਾ। ਆਰਨੇਤ ਬੜਾ ਚੇਤੇ ਆ ਰਿਹਾ ਤੁਹਾਨੂੰ ਅੱਜ ਕੱਲ੍ਹ। ਆਰਨੇਤ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਪਰ ਦਬਦਾ ਕਿੱਥੇ ਆ? ਹਰ ਘੰਟੇ ਬਾਅਦ ਤੁਸੀਂ ਇਹ ਗੱਲ ਕਹਿੰਦੇ, ਦਬਦਾ ਕਿੱਥੇ ਆ? ਸੱਚੀ ਮੁੱਚੀ ਦੱਬਣ ਨੂੰ ਫਿਰਦੇ ਕਈ, ਤੇ ਲੱਗਦਾ ਨਹੀਂ ਦੱਬੇ ਜਾਓਗੇ। ਦੇਖੋ ਬਾਈ ਜੀ, ਰਾਜਨੀਤੀ ਮੈਂ ਸ਼ੌਕ ਨਾਲ ਇੱਧਰ ਆਇਆ ਸੀ, ਔਰ ਅੱਜ ਮੈਂ ਇਹਨੂੰ ਪੂਰੇ ਪ੍ਰੋਫੈਸ਼ਨ ਦੇ ਤੌਰ 'ਤੇ ਇੱਧਰ ਝੁਕ ਗਿਆ। ਸਟੂਡੈਂਟ ਪੋਲੀਟਿਕਸ ਤੋਂ ਬਾਅਦ ਯੂਥ ਕਾਂਗਰਸ, ਅਤੇ ਮੇਰਾ ਖਿਆਲ ਜੇ ਮੈਂ ਪੂਰੇ ਤੌਰ 'ਤੇ ਸਟੂਡੈਂਟ ਤਾਂ ਪਹਿਲੀ ਵਾਰੀ ਮੈਂ ਆਪਦੀ ਕਲਾਸ ਦਾ CR ਕਲਾਸ ਰਿਪਰੈਜ਼ੈਂਟੇਟਿਵ ਇਲੈਕਸ਼ਨ ਨਾਲ ਚੋਣ ਹੋਇਆ ਸੀ, ਪਰ ਉੱਥੇ ਕੁਛ ਕੀਤੀ ਨਹੀਂ ਪੋਲੀਟਿਕਸ। ਅਤੇ ਯੂਥ ਕਾਂਗਰਸ ਵਿੱਚੋਂ ਲੱਗਿਆ ਔਰ ਅੱਜ ਤੱਕ ਲੱਗਿਆ ਪਿਆ। ਪਰ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਨਾ ਮੈਨੂੰ ਰਾਜਨੀਤੀ ਆਈ ਆ, ਨਾ ਮੈਂ ਸਿੱਖਣੀ ਆ। ਅਤੇ ਮੈਨੂੰ ਲੱਗਦਾ ਜੇ ਮੈਂ ਸਿੱਖਣ ਵੀ ਲੱਗ ਪਿਆ ਮੈਨੂੰ ਆਉਣੀ ਨਹੀਂ। ਸੋ ਇਹ ਐਂ ਹੀ ਬਾਬੇ ਦੀਆਂ ਦਿੱਤੀਆਂ, ਇੱਦਾਂ ਹੀ ਚੱਲੀ ਆਉਂਦਾ ਕੰਮ। ਪਰ ਉਹ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਕੈਂਚੀਆਂ ਫਿਰਨੀਆਂ, ਗੰਡਾਸੇ ਫਿਰਨੇ, ਉੱਥੇ ਪਤਾ ਨਹੀਂ ਉਹਨਾਂ ਦਾ ਪੈਰਾਮੀਟਰ ਕਿਹੜਾ ਰੱਖਿਆ ਪਿਆ। ਇੱਕ ਬੰਦਾ ਜਿਹੜਾ ਯੂਥ ਕਾਂਗਰਸ ਤੋਂ ਲੈ ਕੇ ਅੱਜ ਤੱਕ ਕਾਂਗਰਸ ਦੀ ਗੁਣਗਾਨ ਗਾਉਂਦਾ ਰਿਹਾ ਹੋਵੇ, ਔਰ ਜਿਹਦੇ ਸੁਭਾਅ ਦੇ ਵਿੱਚ, ਜਿਹਦੇ ਕੰਮ ਦੇ ਵਿੱਚ ਕੋਈ ਖੋਟ ਨਾ ਹੋਵੇ,
ਔਰ ਆਪਣੇ ਹਲਕੇ 'ਚ ਮੈਂ ਉਦੋਂ ਤੋਂ ਲੈ ਕੇ ਸਰਗਰਮ ਹਾਂ ਜਦੋਂ ਉੱਥੇ ਕਾਂਗਰਸ ਦਾ ਹੂੰਜਾ ਫਿਰ ਗਿਆ ਸੀ। ਸਾਡੇ ਉੱਥੋਂ ਦੇ ਵਿਧਾਇਕ ਅਕਾਲੀ ਦਲ 'ਚ ਚਲੇ ਗਏ, ਬਾਈ ਇਲੈਕਸ਼ਨ ਹੋਈ, 18,500 ਵੋਟ 'ਚ ਉਦੋਂ ਪਿੱਛੇ ਰਹੀ ਕਾਂਗਰਸ, ਜਦੋਂ ਪੰਜਾਬ ਦੇ ਉਸ ਵੇਲੇ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪੂਰੀ ਪੰਜਾਬ ਦੀ ਕਾਂਗਰਸ ਦੇ ਤਾਮ-ਝਾਮ ਨਾਲ ਗਲੀ ਗਲੀ ਉਵੇਂ ਫਿਰੇ ਉੱਥੇ ਜਿਵੇਂ ਉਹ ਆਪਦੀ ਇਲੈਕਸ਼ਨ 'ਚ ਵੀ ਨਹੀਂ ਕਦੀ ਫਿਰੇ ਹੋਣੇ। ਅਤੇ ਉਹਦੇ ਬਾਵਜੂਦ ਅਸੀਂ 18,500 ਨਾਲ ਪਿੱਛੇ ਰਹੇ। ਪਿੰਡ ਪਿੰਡ ਸ਼ਹਿਰ ਸ਼ਹਿਰ 'ਚੋਂ ਪਤਾ ਨਹੀਂ ਸੀ ਹੁੰਦਾ ਵੀ ਕੋਈ ਕਾਂਗਰਸੀ ਬਚਿਆ ਵੀ ਹੈ ਕਿ ਨਹੀਂ, ਦੂਰਬੀਨ ਲਾ ਕੇ ਲੱਭਣੇ ਪੈਂਦੇ ਸੀ। ਸੋ ਉਸ ਵੇਲੇ ਹਰਜੋਤ ਕਮਲ ਨੇ ਕਾਂਗਰਸ ਦਾ ਝੰਡਾ ਚੱਕਿਆ, ਅੱਜ ਤੱਕ ਬੁਲੰਦ ਰੱਖਿਆ, ਇੱਕ ਇੱਕ ਤਿਣਕਾ ਤਿਣਕਾ ਇਕੱਠਾ ਕਰਕੇ ਕਾਂਗਰਸ ਦਾ ਇੱਕ ਆਸ਼ਿਆਨਾ ਬਣਾਇਆ ਔਰ ਉਸ ਆਸ਼ਿਆਨੇ ਨੂੰ ਇੰਨੀ ਪਰਪੱਕਤਾ ਨਾਲ ਬਣਾਇਆ ਕਿ ਇੱਕ ਮੈਂ ਇਹ ਕਹਿ ਲਵਾਂ ਕਿ ਇਸ ਤਰੀਕੇ ਦਾ ਬਣਾਇਆ ਕਿ ਮੈਂ ਉੱਥੋਂ ਜਿੱਤਿਆ ਵੀ ਹਾਂ। ਇੰਨਾ ਕੁਝ ਕੀਤਾ, ਤੁਸੀਂ ਕਹਿੰਦੇ ਆ ਕਿ ਉੱਥੇ ਤਿਣਕੇ ਤਿਣਕੇ ਦੇ ਨਾਲ ਅਸੀਂ ਘਰ ਖੜਾ ਕੀਤਾ, ਪਰ ਤੁਹਾਡੇ ਤਾਂ ਘਰ ਨੂੰ ਝੱਖੜ ਲੈ ਕੇ ਬਹਿ ਗਿਆ। ਤੁਹਾਡੇ ਘਰ ਦੇ ਉੱਤੇ ਅਚਾਨਕ ਇਹੋ ਜਿਹਾ ਤੂਫਾਨ ਆਇਆ ਵੀ ਸਭ ਕੁਝ ਉੱਡ ਗਿਆ ਜਾਂ ਉੱਡਣ ਲੱਗਾ, ਫਿਰ ਬਚਾ ਕੀ ਆ? ਹਜੇ ਉੱਡਿਆ ਤੇ ਨਹੀਂ ਨਾ ਉੱਡੇ, ਅਸੀਂ ਤਾਂ ਕਾਮਨਾ ਕਰਦੇ ਹਾਂ। ਉੱਡਣ ਨੂੰ ਫਿਰਦਾ ਜ਼ਰੂਰ ਹੈ ਟੈਣਾ ਸਾਹਿਬ। ਨਹੀਂ ਉੱਡ ਹੀ ਗਿਆ ਬਾਈ ਜੀ। ਦੇਖੋ ਮੰਨੀਏ ਜਾਂ ਨਾ ਮੰਨੀਏ, ਕਿਉਂਕਿ ਸੋਨੂ ਸੂਦ ਦਾ ਉੱਥੇ ਮੋਗੇ ਦੇ ਵਿੱਚ ਆਉਣਾ, ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਅਸਿੱਧੇ ਤਰੀਕੇ ਦੇ ਨਾਲ ਟਿਕਟ ਦਾ ਐਲਾਨ ਕਰ ਦੇਣਾ, ਖਤਰਾ ਤਾਂ ਤੁਹਾਡੇ ਤੇ ਹੀ ਆ। ਬਿਲਕੁਲ ਇਸੇ ਗੱਲ ਦਾ ਤਾਂ ਮਤਲਬ ਦੁੱਖ ਹੈਗਾ ਕਿ ਜਿਸ ਦਰਖਤ ਨੂੰ ਸਿੰਜਿਆ, ਜਾਂ ਮੈਂ ਤੁਹਾਨੂੰ ਕਿਹਾ ਵੀ ਇੱਕ ਆਸ਼ਿਆਨਾ ਬਣਾਇਆ ਔਰ ਉਹ ਇੰਨਾ ਪਰਪੱਕ ਅਤੇ ਮਜ਼ਬੂਤ ਬਣਾਇਆ ਕਿ 17 ਦੇ ਵਿੱਚ 13 ਦੀ ਮੈਂ ਹਨੇਰੀ ਤੋਂ ਬਾਅਦ 17 ਤੱਕ ਇੰਨਾ ਕੁ ਉਹਨੂੰ ਮਜ਼ਬੂਤ ਕਰ ਲਿਆ ਕਿ ਟਿਕਟ ਵੀ ਲਈ ਔਰ ਉਸ ਟਿਕਟ ਪਿੱਛੇ ਮੇਰੇ ਕੋਈ ਪਰਿਵਾਰ ਦੇ ਵਿੱਚ ਤਾਂ ਮੇਰੇ ਸਿਆਸਤ ਵਿੱਚ ਕੋਈ ਪੰਚਾਇਤ ਮੈਂਬਰ ਵੀ ਨਹੀਂ, ਆਪ ਹੀ ਸਾਰੀਆਂ ਮੀਡੀਆ ਗੁੰਦੀਆਂ ਅਤੇ ਸਾਰਾ ਕੁਛ ਬੁਣਿਆ ਅਤੇ ਇੱਥੇ ਤੱਕ ਪਹੁੰਚਿਆ ਔਰ ਆਪਣੀ ਮਿਹਨਤ ਨਾਲ, ਉਸ ਪਰਮਾਤਮਾ ਦੇ ਆਸ਼ੀਰਵਾਦ ਦੇ ਨਾਲ, ਲੋਕਾਂ ਦੇ ਪਿਆਰ ਦੇ ਨਾਲ ਉਸ ਵੇਲੇ ਮੋਗੇ ਦੀ ਸੀਟ ਜਿੱਤੀ ਆ, ਜਦੋਂ ਮਾਲਵੇ ਦੇ ਵਿੱਚ ਖਾਸ ਕਰ ਮੋਗੇ 'ਚ ਆਮ ਆਦਮੀ ਪਾਰਟੀ ਦਾ ਬਹੁਤ ਜ਼ਿਆਦਾ ਪ੍ਰਭਾਵ ਸੀਗਾ ਔਰ ਅਕਾਲੀ ਦਲ ਦਾ ਵੀ ਉਹ ਚਿਹਰਾ ਜਿਹੜਾ ਪੰਜਾਬ ਦੇ ਅਕਾਲੀ ਦਲ ਦੇ ਦੂਜੇ ਨੰਬਰ ਵਾਲਾ ਪਰਿਵਾਰ ਸੀ, ਉਹਨਾਂ ਤੋਂ ਮੈਂ ਉਸ ਵੇਲੇ ਜਿੱਤਿਆ ਔਰ 5 ਸਾਲ ਫੇਰ ਕੰਮ ਕੀਤਾ। ਔਰ ਅੱਜ ਵੀ ਦੇਖੋ, ਇੱਕ ਗੱਲ ਮੈਂ ਬੜੀ ਸਪਸ਼ਟ ਕਹਿੰਦਾ ਹੁੰਦਾ, ਮੇਰੇ ਕੋਲੇ ਪਰਸੋਂ ਚੌਥੇ ਦੀ ਗੱਲ ਹੈ ਜਾਂ ਪਿਛਲੇ ਹਫਤੇ ਦੀ ਗੱਲ ਹੈ, ਆਪਣੇ ਜੀ ਫੌਜੀ ਮਾਰਕੀਟ 'ਚ ਰਾਜੂ ਬਹੁਤ ਤੁਹਾਡੇ ਬਾਰੇ ਪੁੱਠਾ ਸਿੱਧਾ ਬੋਲਦਾ। ਮੈਂ ਕਿਹਾ ਬਾਕੀ ਫੌਜੀ ਮਾਰਕੀਟ ਠੀਕ ਹੈ, ਤੁਸੀਂ ਠੀਕ ਹੈ? ਕਹਿੰਦਾ ਬਾਈ ਅਸੀਂ ਤਾਂ ਤੁਹਾਨੂੰ ਪਿਆਰ ਬਹੁਤ ਕਰਦੇ। ਮੈਂ ਕਿਹਾ ਮੈਨੂੰ ਵੋਟ ਪਈ ਸੀ ਤਕਰੀਬਨ 53,000, 2 ਲੱਖ ਵੋਟ ਹੁੰਦੀ ਵਿਧਾਨ ਸਭਾ ਦੀ, ਉਹਦੇ 'ਚੋਂ 65% ਪੋਲ ਹੋਈ। ਜਿਹੜੇ ਨਹੀਂ ਪਾਉਣ ਆਏ ਇਹਦਾ ਮਤਲਬ ਉਹ ਵੀ ਮੈਨੂੰ ਪਿਆਰ ਨਹੀਂ ਸੀ ਕਰਦੇ, ਨਹੀਂ ਤਾਂ ਪਾਉਣ ਜ਼ਰੂਰ ਆਉਂਦੇ। ਜਿਨ੍ਹਾਂ ਨੇ ਆਮ ਆਦਮੀ ਨੂੰ ਪਾਈ ਉਹ ਵੀ ਮੇਰੇ ਵਿਰੁੱਧ ਸੀ, ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਕਿਸੇ ਆਜ਼ਾਦ ਉਮੀਦਵਾਰ ਨੂੰ ਪਾਈ ਉਹ ਵੀ ਮੇਰੇ ਵਿਰੁੱਧ ਸੀ। ਸੋ ਮੇਰੇ ਕੋਲ ਤਾਂ 53,000 ਬੰਦੇ ਹੀ ਸੀਗੇ, ਬਾਕੀ ਤਾਂ 1,47,000 ਬੰਦੇ ਉਦੋਂ ਵੀ ਵਿਰੋਧ 'ਚ ਸੀ, ਉਹਨਾਂ ਨੇ ਹੁਣ ਵੀ ਪੁੱਠਾ ਸਿੱਧਾ ਬੋਲਣਾ। ਔਰ ਦੁੱਖ ਇਸ ਗੱਲ ਦਾ ਹੁੰਦਾ, ਜਿਹੜੀ ਗੱਲ ਤੁਸੀਂ ਕਈ ਵਾਰੀ ਕਹੀ ਹੈ ਕਿ ਗੱਲ ਆਪਾਂ ਕਰਦੇ ਹੈਗੇ ਹਾਂ ਵੀ ਸ਼ਬਦ ਹੀ ਗੁਰੂ ਆ, ਸ਼ਬਦ ਹੀ ਸਾਰਾ ਕੁਛ ਹੈ, ਪਰ ਸ਼ਬਦਾਂ ਦਾ ਇਸਤੇਮਾਲ ਕਰਨ ਲੱਗੇ ਇੰਨੇ ਘਟੀਆ ਸ਼ਬਦ ਵਰਤਦੇ ਆ। ਮੈਂ ਬਿਲਕੁਲ ਸਹਿਮਤ ਹਾਂ। ਮੈਂ ਕਹਿੰਦਾ ਇੰਨੇ ਕਮੀਨਾ, ਕੁੱਤਾ ਜਾਂ ਇਹੋ ਜਿਹੇ ਸ਼ਬਦ ਜਿਹੜੇ ਸ਼ਾਇਦ ਕੈਮਰੇ ਮੂਹਰੇ ਬੋਲੇ ਵੀ ਨਹੀਂ ਜਾ ਸਕਦੇ, ਉਹਨਾਂ ਦਾ ਤੁਹਾਡੀ ਕਿਸੇ ਨਾਲ ਨਹੀਂ ਬਣਦੀ ਤਾਂ ਤੁਸੀਂ ਬੰਦ ਕਰ ਦਿਓ ਜ਼ਰੂਰ, ਉੱਥੇ ਆਪਦੇ ਦਿਮਾਗ 'ਤੇ ਬੋਝ ਪਾਉਣਾ। ਸੋ ਉਹ ਡਾਕਟਰ ਨੇ ਥੋੜ੍ਹੀ ਆਖਿਆ ਵੀ ਆਪਾਂ ਉਹ ਚੀਜ਼ ਦੇਖਣੀ ਵੀ ਆ ਅਤੇ ਉਹਦੇ 'ਤੇ ਕਮੈਂਟ ਵੀ ਜ਼ਰੂਰੀ ਕਰਨਾ, ਇਹ ਵੀ ਨਹੀਂ ਡਾਕਟਰ ਨੇ ਲਿਖਿਆ ਹੋਇਆ ਕਿਤੇ, ਬਟ ਉਹ ਚੱਲੀ ਜਾਂਦਾ। ਸਿਆਸਤ ਬੜੀ ਗੰਦਲੀ ਜੀ ਹੋ ਗਈ। ਸੋ ਇਸੇ ਕਰਕੇ ਮੈਂ ਇਹ ਗੱਲ ਕਹੀ ਵੀ ਇੰਨੀ ਗੰਦੀ ਹੋ ਗਈ ਕਿ ਇੱਕ ਬੰਦੇ ਦੇ ਵਿੱਚ ਕੋਈ ਕਮੀ ਹੋਵੇ ਨਾ, ਮੇਰੇ ਲੋਕ ਮੈਨੂੰ ਪਿਆਰ ਨਾ ਕਰਦੇ ਹੋਣ, ਮੇਰੇ ਲੋਕ ਇਹ ਕਹਿਣ ਵੀ ਇਹਦਾ ਜੀ ਚੰਡੀਗੜ੍ਹ ਹੀ ਬੈਠਾ ਰਹਿੰਦਾ ਸੀ ਜੀ, ਇਹ ਤਾਂ ਆਇਆ ਹੀ ਨਹੀਂ, ਤਾਂ ਵੀ ਮੈਂ ਮੰਨਦਾ ਕਿ ਮੇਰੇ 'ਚ ਕੋਈ ਕਮੀ ਹੈਗੀ ਆ। ਲੋਕ ਮੈਨੂੰ ਪਿਆਰ ਕਰਦੇ ਆ ਔਰ ਉਸ ਪਿਆਰ ਦਾ ਸਬੂਤ ਇਹ ਆ ਕਿ ਥੋੜ੍ਹੀ ਦੇਰ ਪਹਿਲਾਂ ਹੀ ਜਿਹੜੀਆਂ ਇਲੈਕਸ਼ਨਾਂ ਹੋ ਕੇ ਹਟੀਆਂ ਆਪਣੀ ਕਾਰਪੋਰੇਸ਼ਨ ਦੀਆਂ, ਹਾਲਾਂਕਿ ਮੇਰੀ ਵਾਈਫ ਉਹਦੇ ਵਿੱਚ ਹਾਰ ਗਈ ਸੀ। ਉਹਦਾ ਹਾਰ ਦਾ ਕਾਰਨ ਇੱਕ ਇਹ ਸੀਗਾ ਕਿ ਮੇਰੇ ਨਾਲ ਇੰਨਾ ਕੁ ਜ਼ਿਆਦਾ ਕੁਛ ਹੋਇਆ, ਉਹ ਮੈਂ ਛੋਟ 'ਚ ਹੀ ਬਿਆਨ ਕਰ ਦਿੰਦਾ ਕਿ ਅਫਸਰਸ਼ਾਹੀ ਇਹੋ ਜਿਹੀ ਲਾਤੀ ਵੀ ਜਿਹੜੀ ਮੇਰੇ ਹਲਕੇ 'ਚ 1.5 ਸਾਲ ਕੱਟ ਗਈ, ਦੂਜੇ 'ਚ 1.5 ਮਹੀਨਾ ਵੀ ਨਹੀਂ ਕਿਤੇ ਕੱਟੀ। ਸੋ
ਉੱਥੇ ਮੈਨੂੰ ਵੀ ਪਤਾ ਸੀਗਾ ਕਿ ਮੇਰੇ ਨਾਲ ਇਦਾਂ ਦਾ ਕੁਛ ਮੇਰੀਆਂ 21 MLA ਦੇ ਇੱਕ ਹੀ ਕਾਰਪੋਰੇਸ਼ਨ ਹੈ। ਇਹ ਨਹੀਂ ਜਿੱਦਾਂ ਲੁਧਿਆਣੇ ਜਾਂ ਜਲੰਧਰ 'ਚ ਕਈ MLAs ਹੁੰਦੇ ਆ, ਇੱਕ MLA ਦੇ ਥੱਲੇ ਹੀ ਕਾਰਪੋਰੇਸ਼ਨ। ਫਿਰ ਉਹ ਤਾਂ ਫੁੱਲ ਫਲੈਜ ਤੁਹਾਡਾ ਸਰਕਾਰ ਦਾ ਚੁਣਿਆ ਹੋਇਆ ਨੁਮਾਇੰਦਾ, ਉਹਨੂੰ ਤੁਸੀਂ ਫੁੱਲ ਰਾਈਟ ਦਿਓ। ਉਹਨੇ ਦੇਖਿਆ ਹੁੰਦਾ 5 ਸਾਲ 4 ਸਾਲ, ਹੁਣੇ ਮੇਰੇ ਇਲੈਕਸ਼ਨ ਹੋਈ ਹੈ ਮਾਰਚ ਦੇ ਵਿੱਚ, 8 ਮਾਰਚ ਤੋਂ ਬਾਅਦ। ਤੋ MLA ਨੂੰ ਪਤਾ ਹੈ ਕਿਹੜੇ ਬੰਦੇ ਪਾਰਟੀ ਦੇ ਨਾਲ ਖੜਨਗੇ, ਕਿਹੜੇ ਉਹਦੇ ਨਾਲ ਖੜਨਗੇ, ਉਹਨੂੰ ਫੁੱਲ ਹੈਂਡ ਫ੍ਰੀ ਹੈਂਡ ਦੇਣਾ ਚਾਹੀਦਾ। ਮੇਰੀਆਂ 10-12 ਟਿਕਟਾਂ ਕੱਟਤੀਆਂ। ਔਰ ਜੇ ਮੇਰੀ ਵਾਈਫ, ਜਿਹੜਾ ਮੇਰਾ ਏਰੀਆ ਸੀ, ਉੱਥੋਂ ਚੋਣ ਲੜਦੀ ਸੀ, ਉੱਥੇ ਫੀਲਡਿੰਗ ਇਹੋ ਜਿਹੀ ਜ਼ਬਰਦਸਤ ਲਾਤੀ। ਮੈਨੂੰ ਅਖੀਰ ਪਤਾ ਲੱਗ ਗਿਆ, ਚਲੋ ਜਿਹੜਿਆਂ ਦੀਆਂ ਟਿਕਟਾਂ ਕੱਟਤੀਆਂ ਸੀ ਉਹ ਤਾਂ ਮੇਰੇ ਤੇ ਕਾਂਗਰਸ ਦੇ ਕੱਟੜ ਬੰਦੇ ਸੀ। ਉਹਨਾਂ ਨੇ ਮੈਨੂੰ ਕਿਹਾ ਜੀ ਅਸੀਂ ਤਾਂ ਲੜਨੀ, ਅਸੀਂ ਆਜ਼ਾਦ ਖੜੇ ਕਰਤੇ। ਮੈਨੂੰ ਪਤਾ ਸੀ ਜੇ ਮੈਂ ਇਹ ਨਾ ਖੜੇ ਕੀਤੇ, ਜਿਹੜੇ ਉਹਨਾਂ ਨੇ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਉਹ ਜਿੱਤਣੇ ਨਹੀਂ। ਅਤੇ ਉੱਥੇ ਫੇਰ ਕਹਿਣਗੇ ਹਰਜੋਤ ਕਮਲ ਕਮਜ਼ੋਰ ਸੀ ਜੀ, ਅਕਾਲੀ ਦਲ ਦੀ ਉਹ ਬਣ ਗਈ। ਮੈਂ 10 ਹੀ ਬੰਦੇ ਆਜ਼ਾਦ ਖੜੇ ਕੀਤੇ, ਔਰ ਮਾਣ ਨਾਲ ਇਹ ਗੱਲ ਕਹਿਣਾ ਕਿ ਆਜ਼ਾਦ ਖੜਾ ਕੇ ਵੀ ਉਹ ਜਿਤਾਏ। ਹਾਲਾਂਕਿ ਮੈਂ ਜਿੱਥੇ ਆਪਦੀ ਵਾਈਫ ਦੀ ਗੱਲ ਕਰਦਾ ਸੀ, ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਦੇ ਵਿੱਚ ਗਲੀ ਦੇ ਵਿੱਚ ਕਿਸੇ ਦੀ ਥੜੀ ਵੀ ਬਣੀ ਹੋਵੇ, ਉਹਦਾ ਆਬਜੈਕਸ਼ਨ ਲਾ ਦਿਓ, ਉਹਦੇ ਕਾਗਜ਼ ਕੱਟ ਦਿੰਦੇ। ਮੈਂ ਕਾਰਪੋਰੇਸ਼ਨ ਤੋਂ ਸਰਟੀਫਿਕੇਟ ਲੈ ਕੇ ਦਿੱਤਾ ਹੈ ਕਿ ਉੱਤੇ ਲਿਖਿਆ ਸੀ ਪਟਵਾਰੀ ਦੀ ਰਿਪੋਰਟ ਮੁਤਾਬਕ 15 ਮਰਲੇ ਇਹਨੇ ਨਜਾਇਜ਼ ਕਬਜ਼ਾ। ਪ੍ਰਸ਼ਾਸਨ ਨੇ ਉਹਦੇ ਕਾਗਜ਼ ਨਹੀਂ ਰੱਦ ਕੀਤੇ, ਮੇਰਾ ਆਬਜੈਕਸ਼ਨ ਹੀ ਰੂਲ ਆਊਟ ਕਰਤਾ। ਫਿਰ ਇੰਨੀ ਜ਼ਿਆਦਾ ਫੀਲਡਿੰਗ ਟਾਈਟ ਕਰਤੀ, ਜਿਹੜੀ ਵਿਰੋਧੀ ਪਾਰਟੀ ਹੁੰਦੀ ਆ ਉਹਦਾ ਵੀ ਬਰਦਾਸ਼ਤ ਹੁੰਦਾ, ਕਿਉਂਕਿ ਵਿਰੋਧ 'ਚ ਹੀ ਖੜਨਾ। ਆਪਣੇ ਵੀ ਕਈ ਵਾਰੀ ਵਿਰੋਧ 'ਚ ਚੱਲ ਜਾਂਦੇ, ਉਹ ਵੀ ਹੋਊ, ਆਪਾਂ ਪਹਿਲਾਂ ਹੀ ਪ੍ਰਪੇਅਰ ਹੁੰਦੇ ਹਾਂ। ਪਰ ਜਦੋਂ ਤੁਹਾਡੇ 'ਤੇ ਸਰਕਾਰ ਫੀਲਡਿੰਗ ਇਵੇਂ ਦੀ ਲਾ ਕੇ ਟਾਈਟ ਕਰ ਦੇਵੇ, ਅਤੇ ਮੈਨੂੰ ਇੱਕ ਚੀਜ਼ ਸਮਝ ਆ ਗਈ ਵੀ ਹੁਣ ਇਹ 2 ਕੰਮ ਕਰਦੇ ਆ। ਜਿੱਥੇ ਮੈਂ ਆਜ਼ਾਦ ਖੜਾ ਲਏ, ਇਹਨਾਂ ਨੇ ਹੁਣ ਮੈਨੂੰ ਨਾ ਤਾਂ ਉੱਧਰ ਜਾਣ ਦੇਣਾ, ਇੱਥੇ ਉਲਝਾਉਣਗੇ, ਅਤੇ ਇਹਦਾ ਤਾਂ ਮੈਨੂੰ ਪੱਕਾ ਪਤਾ ਲੱਗ ਗਿਆ ਹਰਾਉਣਗੇ। ਸੋ ਮੈਂ ਫਿਰ ਵਾਈਫ ਨੂੰ ਕਿਹਾ ਵੀ ਮੈਂ ਸਰੈਂਡਰ ਕੀਤਾ, ਇੱਥੇ ਤੂੰ ਲੜ, ਆਪਾਂ ਨੂੰ ਪਤਾ ਇਹਨਾਂ ਨੇ ਕੀ ਕਰਨਾ। ਈਵਨ ਜਿੱਦਣ ਲਾਸਟ ਡੇ ਰੋਡ ਸ਼ੋਅ ਰੱਖਿਆ ਸੀਗਾ, 10 ਮਿੰਟ ਰਹਿੰਦੇ ਸੀ 5 ਵੱਜਣ 'ਚ, ਜਦੋਂ ਮੈਂ ਬਾਕੀ ਪਾਸਿਓਂ ਪ੍ਰਚਾਰ ਕਰਕੇ ਭੱਜ ਕੇ ਜੀਪ 'ਚ ਚੜ੍ਹ ਕੇ ਉਹਦੇ ਨਾਲ ਰੋਡ ਸ਼ੋਅ ਕਰਾਇਆ। ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚੋਂ ਦੀ ਲੰਘ ਕੇ ਮੈਂ 32 ਮੇਰੇ ਕੌਂਸਲਰ ਨੇ, ਮੇਅਰ ਮੇਰਾ ਹੈਗਾ, ਡਿਪਟੀ ਮੇਅਰ, ਸੀਨੀਅਰ ਡਿਪਟੀ, ਸਾਰੀ ਕੌਂਸਲ ਮੇਰੀ ਆ। ਸਰਪੰਚਿਸ ਮੇਰੇ ਹੈਗੇ 46 ਪਿੰਡ ਆ, ਉਹਨਾਂ ਵਿੱਚੋਂ 42 ਮੇਰੇ ਸਰਪੰਚ ਹੈਗੇ ਆ। ਬਲਾਕ ਸੰਮਤੀਆਂ ਦੇ ਮੇਰੇ ਮੈਂਬਰ ਆ, ਚੇਅਰਮੈਨ ਮੇਰਾ ਬਲਾਕ ਸੰਮਤੀ ਦਾ। ਜੋ 2 ਸਾਡੇ ਜ਼ਿਲ੍ਹਾ ਪ੍ਰੀਸ਼ਦ ਸੀ, ਦੋਨੇ ਹੀ ਅਸੀਂ ਕਾਂਗਰਸ ਵੱਲੋਂ ਜਿੱਤੇ ਆ। ਸਾਡੀ ਜਿਹੜੀ ਇਲੈਕਸ਼ਨ ਹੋਈ ਸੀਗੀ ਲੋਕ ਸਭਾ ਦੀ, ਉਹ ਅਸੀਂ 9000 ਦੀ ਲੀਡ 'ਤੇ ਜਿੱਤੇ ਆ। ਇੰਨਾ ਕੰਮ ਕਰਕੇ, ਔਰ ਮੈਂ ਉੱਥੇ ਇੱਕ ਪੂਰਾ ਕਾਰਪੋਰੇਟ ਆਫਿਸ ਵਾਂਗੂ ਆਫਿਸ ਚਲਾਉਣਾ, ਸਟਾਫ ਰੱਖ ਕੇ। ਇੱਕ ਸਵਾਲ ਦਾ ਉੱਤਰ ਜ਼ਰੂਰ ਦਿਓ ਕਿ ਤੁਸੀਂ ਚਰਨਜੀਤ ਸਿੰਘ ਚੰਨੀ ਦੇ ਨੇੜੇ ਆ ਕਿ ਨਵਜੋਤ ਸਿੰਘ ਸਿੱਧੂ ਦੇ? ਦੇਖੋ, ਮੈਂ ਜੇ ਤਾਂ ਤੁਸੀਂ ਇਹਨੂੰ ਪੋਲੀਟੀਕਲ ਸਮਝੋ ਤਾਂ ਅਸਲ 'ਚ ਪੋਲੀਟੀਕਲ ਨਹੀਂ ਹੈਗਾ। ਮੈਂ ਕਾਂਗਰਸ ਪਾਰਟੀ ਉਸ ਬੰਦੇ ਨਾਲ ਜੁਆਇਨ ਕੀਤੀ ਸੀ, ਕੁਲਜੀਤ ਸਿੰਘ ਨਾਗਰੇ ਦੇ ਨਾਲ, ਜਿਹੜਾ ਅੱਜ ਵੀ ਸੰਗਠਨ ਦਾ ਬੰਦਾ, ਔਰ ਉਹਨੇ ਸਾਨੂੰ ਹਮੇਸ਼ਾ ਕਾਂਗਰਸ ਹੀ ਪੜ੍ਹਾਈ। ਤੇ ਅਸੀਂ ਵੀ ਅੱਜ ਤਾਈਂ ਬੰਦਾ ਨਹੀਂ ਵੇਖਿਆ, ਪੰਜਾ ਹੀ ਵੇਖਿਆ। ਤੇ ਕਾਂਗਰਸ ਤਾਂ ਖੱਖੜੀਆਂ ਕਰੇਲਿਆਂ ਵਾਂਗੂ ਹੋਈ ਪਈ ਹੈ। ਜਿੱਥੇ ਤੁਸੀਂ ਸਵਾਲ ਕੀਤਾ ਹੈਗਾ, ਮੈਂ ਜਿਹੜਾ ਵੀ ਪ੍ਰਧਾਨ ਆਇਆ, ਚਾਹੇ ਉਹ ਪ੍ਰਤਾਪ ਬਾਜਵਾ ਜੀ ਨਾਲ ਮੈਂ ਕੰਮ ਕੀਤਾ, ਕੈਪਟਨ ਅਮਰਿੰਦਰ ਸਿੰਘ ਹੋਣਾ ਨਾਲ ਕੀਤਾ, ਅੱਜ ਨਵਜੋਤ ਸਿੱਧੂ ਨਾਲ ਹੈ। ਮੇਰੇ ਵਾਸਤੇ ਕਾਂਗਰਸ ਦਾ ਉਹ ਪੰਜਾਬ ਦਾ ਪ੍ਰਧਾਨ ਹੈ, ਅਤੇ ਮੇਰਾ ਉਹਨੂੰ ਸਲੂਟ ਹੈ। ਫਿਰ ਵੀ ਇੱਕ ਦਿਲੀ ਤੌਰ ਦੇ ਉੱਤੇ ਹੁੰਦੀ ਨੇੜਤਾ ਵੀ ਕਿਹਦੇ ਨਾਲ? ਅੱਜ ਕੱਲ੍ਹ ਇਸ ਗੱਲ ਨੂੰ ਬਹੁਤ ਮੁੱਖ ਰੱਖਿਆ ਜਾਂਦਾ ਵੀ ਕੌਣ ਕਿਹਦੇ ਨੇੜੇ ਆ। ਚਰਨਜੀਤ ਚੰਨੀ ਹੁਣੀ ਨਵਜੋਤ ਸਿੱਧੂ ਜੀ ਤੋਂ ਪਹਿਲਾਂ ਮੇਰੇ ਸੰਪਰਕ 'ਚ ਆਏ। ਉਹਨਾਂ ਨੇ ਜਦੋਂ ਮੇਰੀ ਪਿਛਲੀ ਇਲੈਕਸ਼ਨ ਤੋਂ ਪਹਿਲਾਂ ਮੈਂ ਟਿਕਟ ਦੀ ਮੰਗ ਕਰਦਾ ਸੀ, ਤਾਂ ਰਿਪੋਰਟਾਂ ਤਾਂ ਸਰਵੇ ਦੀਆਂ ਹੀ ਕੰਮ ਕੀਤੀਆਂ, ਪਰ ਅੰਦਰ ਚਰਨਜੀਤ ਚੰਨੀ ਜੀ ਨੇ ਮੇਰੇ ਵਾਸਤੇ ਲੜਾਈ ਲੜੀ ਕਿ ਆਹ ਬੰਦੇ ਦਾ ਸਰਵੇ ਜਦੋਂ ਉੱਚਾ ਹੈਗਾ ਤਾਂ ਇਹਨੂੰ ਟਿਕਟ ਦਿਓ। ਪਰ ਹੁਣ ਉਹ ਗੱਲ ਲੱਗਦੀ ਨਹੀਂ ਗੀ ਡਾਕਟਰ ਸਾਹਿਬ। ਉਹਦਾ ਕਾਰਨ ਇਹ ਆ ਵੀ ਇੱਕ ਪਾਸੇ ਤਾਂ ਮਾਲਵਿਕਾ ਸੂਦ ਦੇ ਬੈਠੇ ਆ ਨਵਜੋਤ ਸਿੰਘ ਸਿੱਧੂ, ਨਾਲ ਬੈਠੇ ਹੈਗੇ ਚਰਨਜੀਤ ਸਿੰਘ ਚੰਨੀ ਹੋਰੀ। ਨੇੜਤਾ ਹੁਣ ਪਹਿਲਾਂ ਵਾਲੀ ਰਹੀ ਨਹੀਂ ਤਾਂ ਉਹਨਾਂ ਨੇ ਕਹਿਣਾ ਸੀ ਵੀ ਨਹੀਂ ਯਾਰ ਸਿਟਿੰਗ MLA ਆ, ਇਉਂ ਕਿਵੇਂ ਹੋ ਜਾਊਗਾ? ਬਿਲਕੁਲ ਤੁਹਾਡੀ ਗੱਲ ਸਹੀ ਹੈ। ਉਹ ਇੱਕ ਟੈਣਾ ਸਾਹਿਬ ਯੂਸਫ ਤੇ ਜਲੈਖਾਂ ਦੀ ਸਟੋਰੀ ਸੁਣਾਉਂਦੇ ਹੁੰਦੇ, ਸ਼ਾਇਦ ਉਹ ਇਹਨਾਂ ਦੀ ਹੈ, ਯੂਸਫ ਜਲੈਖਾਂ ਦੀ, ਚਿਰ ਹੋ ਗਿਆ ਸੁਣਿਆ ਨੂੰ। ਉਹਦੇ 'ਚ ਕਹਿੰਦੇ ਵੀ ਯੂਸਫ ਨੂੰ ਜਦੋਂ ਸਜ਼ਾ ਦੇ ਦਿੱਤੀ ਕਿ ਇਹਨੂੰ ਚੌਂਕ 'ਚ ਖੜਾ ਕੇ ਪੱਥਰ ਮਾਰਨੇ ਆ, ਤਾਂ ਸਾਰੀ ਦੁਨੀਆ ਪੱਥਰ ਮਾਰਦੀ ਗਈ, ਅਤੇ ਜਲੈਖਾਂ ਤੋਂ ਆਪਣੇ ਪਿਆਰ ਦੇ ਪੱਥਰ ਨਹੀਂ ਮਾਰਿਆ ਗਿਆ, ਫੁੱਲ ਮਾਰ ਕੇ ਲੰਘੀ। ਅਤੇ ਕਹਿੰਦੇ ਉੱਥੇ ਯੂਸਫ ਨੇ ਕਿਹਾ ਕਿ ਲੋਕਾਂ ਭਾਵਾਂ ਪੱਥਰ ਮਾਰੇ, ਪੀੜ ਰਤਾ ਨਾ ਹੋਈ, ਸੱਜਣਾ ਨੇ ਫੁੱਲ ਮਾਰਿਆ, ਸਾਡੀ ਰੂਹ ਅੰਬਰਾਂ ਤੱਕ ਰੋਈ। ਰੂਹ ਰੋਂਦੀ ਆ ਹੁਣ।
ਅਨੈਚੁਰਲੀ ਜੀ ਦੁੱਖ ਤਾਂ ਹੁੰਦਾ ਇਸ ਗੱਲ ਦਾ, ਜਿਸ ਬੰਦੇ ਲਈ ਤੁਸੀਂ ਨਾਅਰੇ ਮਾਰੇ ਹੋਣ, ਜਿਸ ਪਾਰਟੀ ਵਾਸਤੇ, ਜਿਹਦੇ ਵਾਸਤੇ ਤੁਸੀਂ ਦਿੱਲੀ ਤੱਕ ਬੱਸਾਂ ਭਰ ਲਗਾਏ ਹੋਵੋ, ਜਿਹਦੇ ਵਾਸਤੇ ਤੁਸੀਂ ਦਿਨ ਪਰ ਰਾਤ, ਮੈਂ 2-2 ਵਜੇ ਤੱਕ ਪਾਰਟੀ ਦੇ ਸੰਗਠਿਤ ਕਰਨ ਵਾਸਤੇ ਜਗਰਾਤਿਆਂ 'ਤੇ, ਸਵੇਰੇ ਤੜਕੇ ਉੱਠ ਕੇ ਪ੍ਰਭਾਤ ਫੇਰੀਆਂ 'ਤੇ, ਐਤਵਾਰ ਅਤੇ ਸ਼ਨੀਵਾਰ ਜਿੱਥੇ ਲੋਕ ਵਿਹਲਾ ਮਹਿਸੂਸ ਕਰਦੇ ਆ, ਉੱਥੇ ਅਸੀਂ ਭੋਗਾਂ 'ਤੇ, ਵਿਆਹਾਂ 'ਤੇ। ਸੋ ਇੰਨਾ ਕੰਮ ਕੀਤਾ ਹੋਵੇ ਜਿਸ ਸੰਗਠਨ ਨੂੰ ਮਜ਼ਬੂਤ ਕਰਨ ਲਈ, ਉਹਦੇ ਵਿੱਚੋਂ ਤੁਹਾਨੂੰ ਮੱਖਣ 'ਚੋਂ ਵਾਲ ਵਾਂਗੂ ਕੱਢ ਕੇ ਮਾਰ ਦਿਓ, ਉਹ ਵੀ ਤੁਹਾਡੀ ਕੋਈ ਗਲਤੀ ਨਾ ਹੋਵੇ। ਮੰਨਦੇ ਹੋ ਵੀ ਤੁਹਾਡੀ ਖੜੀ ਫਸਲ ਤੇ, ਜਵਾਨ ਫਸਲ ਤੇ ਗੜੇ ਮਾਰੀ ਹੋਈ ਆ? ਗੜੇ ਮਾਰੇਗੀ ਜੀ, ਕੰਬਾਈਨ ਲੈ ਕੇ ਪਏ ਨਿਕਲੇ ਆ, ਕੰਬਾਈਨ ਹੀ ਲੈ ਕੇ ਪਏ ਨਿਕਲੇ ਆ, ਵੀ ਉੱਤੋਂ ਹੀ ਵੱਢ ਲੈਣੀ ਆ ਸਾਰੀ। ਤੇ ਮੈਂ ਉਹ ਦੇਖੋ ਗੱਲ ਇਹ ਹੈ ਕਿ ਉਹ ਸੰਗਠਨ ਨੂੰ ਤੁਸੀਂ ਜਿਹਨੂੰ ਮਜ਼ਬੂਤ ਕਰਕੇ ਆਪਣੀ ਪਾਰਟੀ ਵਾਸਤੇ ਇੱਕ MLA ਜਿੱਤ ਕੇ ਫਿਰ ਸਰਕਾਰ ਬਣਦੀ। ਸੋਨੂੰ ਸੂਦ ਦੇ ਸਤਿਕਾਰਯੋਗ ਮਾਤਾ ਜੀ, ਉਹਨਾਂ ਦੇ ਨਾਂ ਦੇ ਉੱਤੇ ਸੜਕ ਬਣੀ, ਨੀਂਹ ਪੱਥਰ ਤੁਸੀਂ ਰੱਖਦੇ ਹੋ। ਆ ਮੇਰਾ ਖਿਆਲ 2 ਕੁ ਦਿਨ ਪਹਿਲਾਂ ਵੀ ਤੁਹਾਨੂੰ ਸੋਨੂੰ ਸੂਦ ਨੇ ਫੋਨ ਕੀਤਾ, ਉਹਨੇ ਕਿਹਾ ਜੀ ਤੁਸੀਂ ਮੇਰੇ ਹਾਲੇ ਵੀ ਭਰਾ ਮਾਰ ਗਏ ਹੋ, ਇੱਦਾਂ ਦੀਆਂ ਗੱਲਾਂ ਹੋਈਆਂ। ਪਰ ਦਾਤੀ ਤਾਂ ਤੁਹਾਡੀਆਂ ਜੜ੍ਹਾਂ ਨੂੰ ਉਹਨਾਂ ਨੇ ਵੀ ਪਾ ਲਈ। ਇਹ ਮੈਨੂੰ ਲੋਕ ਕਹਿੰਦੇ ਆ ਕਿ ਤੂੰ ਸਿਆਸੀ ਨਹੀਂ ਹੈਗਾ, ਭੋਲਾ ਵਾਲਾ, ਤੈਨੂੰ ਇਹਦੀ ਮਾਤਾ ਦੇ ਨਾਂ ਦੇ ਉੱਤੇ ਸੜਕ ਬਣਾਉਣ ਦਾ ਹੀ ਇਹ ਖਮਿਆਜਾ ਭੁਗਤਣਾ ਪਿਆ। ਉਹਨਾਂ ਨੂੰ ਐਂ ਲੱਗਿਆ ਵੀ ਜੇ MLA ਬਣ ਕੇ ਮੇਰੀ ਮਾਂ ਦੇ ਨਾਂ ਦੇ ਉੱਤੇ ਸੜਕ ਬਣਾਤੀ ਤੇ ਅਸੀਂ ਆਪਦੇ ਹੀ MLA ਕਿਉਂ ਨਾ ਬਣਾ ਲਈਏ। ਤੇ ਉਹ ਗੱਲ ਹੋ ਗਈ। ਤੇ ਤੁਸੀਂ ਆਪਦੇ ਵੱਲੋਂ ਜੋ ਕਿਹਾ ਬਿਲਕੁਲ ਸਹੀ ਹੈ। ਮੇਰੇ ਕੋਲ ਅੱਜ ਵੀ ਉਹ ਵੀਡੀਓ ਪਈ ਹੈ ਜਦੋਂ ਉਹ ਸੜਕ ਬਣਾਈ ਗਈ ਤੇ ਸੋਨੂੰ ਸੂਦ ਜੀ ਨੇ ਕਿਹਾ ਕਿ ਹਰਜੋਤ ਕਮਲ ਮੇਰਾ ਭਰਾ ਆ, ਮੋਗੇ ਤੋਂ ਬਹੁਤ ਅੱਛਾ ਲੀਡਰ ਆ, ਸਾਡਾ MLA ਆ ਔਰ ਬਹੁਤ ਅੱਛੇ ਮੋਗੇ ਵਾਸਤੇ ਕੰਮ ਕਰ ਰਿਹਾ। ਹੋਰ ਵੀ ਬੜੇ ਸ਼ਬਦ ਉਹਨਾਂ ਨੇ ਮੇਰੇ ਸਨਮਾਨ ਦੇ ਵਿੱਚ, ਮੇਰੀ ਪ੍ਰੇਜ਼ ਦੇ ਵਿੱਚ ਬੋਲੇ ਔਰ ਉਹਨਾਂ ਨੇ ਕਿਹਾ ਕਿ ਭਾਵੇਂ ਕਿ ਦੇਸ਼ਾਂ ਵਿਦੇਸ਼ਾਂ 'ਚ ਮੈਂ ਨਾਮ ਨਾ ਖੱਟਿਆ, ਪਰ ਅਸਲੀ ਸਨਮਾਨ ਉਹ ਹੁੰਦਾ ਜਦੋਂ ਘਰ ਤੋਂ ਮਿਲੇ। ਤੇ ਹਰਜੋਤ ਕਮਲ MLA ਨੇ ਮੈਨੂੰ ਫਖਰ ਮਹਿਸੂਸ ਕੀਤਾ ਉਹਨਾਂ ਨੇ ਇਹਨਾਂ ਗੱਲਾਂ ਦੇ ਉੱਤੇ। ਤੇ ਅਖੀਰ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਜਲਦੀ ਜਾਊਂਗਾ ਮੋਗੇ ਤੇ ਅਸੀਂ ਦੋਨੇ ਭਰਾ ਇੱਕ ਚੰਗੀ ਜੀ ਸੈਲਫੀ ਖਿੱਚਾਂਗੇ। ਮੈਂ ਤਾਂ ਅਜੇ ਸੈਲਫੀ ਦੇਖੀ ਜਾਂਦਾ ਤੇ ਉਹ ਥੱਲਿਓਂ ਫਟਾ ਕੱਢਣ ਪੈ ਗਏ। ਸੋ ਹੁਣ ਇਹ ਦੇਖੋ, ਇੱਥੇ ਉਹਨਾਂ ਦਾ ਜਿੰਨਾ ਕੁ ਕਸੂਰ ਹੈ ਉਹਦੇ ਨਾਲੋਂ ਵੱਧ ਮੈਂ ਸਮਝਦਾ ਕਿ ਉਹਨਾਂ ਦਾ ਕਸੂਰ ਹੈ। ਮੈਂ ਜਿਨ੍ਹਾਂ ਵਾਸਤੇ ਫਸਲ ਪਕਾਈ ਸੀ, ਇਹ ਮੇਰੀ ਪਾਰਟੀ ਨੂੰ ਸੋਚਣਾ ਚਾਹੀਦਾ ਕਿ ਹਰਜੋਤ ਕਮਲ 'ਚ ਕੋਈ ਕਮੀ ਹੁੰਦੀ ਤਾਂ ਉਹਦੀ ਟਿਕਟ ਦੇ ਉੱਤੇ ਕੋਈ ਡਾਕਾ ਵੱਜ ਜਾਂਦਾ ਤਾਂ ਉਹ ਸਹਿਣਸ਼ੀਲ ਸੀ। ਅੱਜ ਮੇਰਾ ਕਾਲਜਾ, ਮੇਰਾ ਪਰਿਵਾਰ ਔਰ ਮੇਰਾ ਸਾਰਾ ਮੋਗਾ, ਮੈਨੂੰ ਤੁਸੀਂ ਯਕੀਨ ਕਰਿਓ ਕਿ ਉਹਨੇ ਫੋਨ ਮੈਨੂੰ ਮੋਗੇ 'ਚੋਂ ਆਏ ਹੋਣੇ ਆ, ਉਹਨੇ ਮੈਨੂੰ ਕੁੱਲ ਪੰਜਾਬ 'ਚੋਂ ਆਏ ਆ ਔਰ ਤਕਰੀਬਨ ਉਹਨੇ ਹੀ ਮੈਨੂੰ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚੋਂ ਬਾਹਰੋਂ ਆਏ। ਜਦੋਂ ਹੁਣ ਤੁਸੀਂ ਬਗਾਵਤ ਦਾ ਝੰਡਾ ਚੱਕ ਲਿਆ, ਬੜੀ ਸਪਸ਼ਟ ਗੱਲ ਆ, ਮੈਂ ਕੋਈ ਗੱਲ ਲੁਕਵੀਂਜ ਨਹੀਂ ਕਰਦਾ, ਤੁਸੀਂ ਚੱਕ ਲਿਆ ਬਗਾਵਤ ਦਾ ਝੰਡਾ। ਸੋਨੂੰ ਸੂਦ ਨੇ ਫੋਨ ਦੀ ਟੱਲੀ ਖੜਕਾਈ ਕਿ ਨਹੀਂ ਯਾਰ, ਨਾ ਐ ਨਾ ਕਰੋ, ਜਿਵੇਂ ਪਾਰਟੀ ਦੀ ਮਰਜ਼ੀ ਆ ਉਵੇਂ ਚੱਲਦੇ ਆ। ਦੇਖੋ ਚਲੋ, ਅਗਲੇ ਦਾ ਫਰਜ਼ ਬਣਦਾ ਜਿਹਦੀ ਭੈਣ ਚੋਣ ਲੜ ਰਹੀ ਹੈ ਤੇ ਪਰ ਮੈਂ ਉਹਨਾਂ ਨੂੰ ਸਪਸ਼ਟ ਕਹਿ ਦਿੱਤਾ ਕਿ ਸੋਨੂੰ ਜੀ ਤੁਸੀਂ ਉਹੀ ਹਰਜੋਤ ਕਮਲ ਨਾਲ ਗੱਲ ਕਰ ਰਹੇ ਹੋ ਜਿਹਦੇ ਬਾਰੇ ਤੁਸੀਂ ਇੰਨੀ ਤਾਰੀਫ, ਇੰਨੀ ਪ੍ਰੇਜ਼ ਕਰਦੇ ਸੀ। ਫੋਨ ਆਇਆ? ਹਾਂਜੀ। ਤੇ ਮੈਂ ਕਿਹਾ ਤੁਸੀਂ ਅੱਜ ਉੱਥੋਂ ਹੀ ਮੇਰੀ ਗੱਲ ਨੂੰ ਹੱਥ ਪਾ ਲਿਆ ਤੁਸੀਂ। ਕਹਿੰਦੇ ਨਹੀਂ, ਇਹ ਸਾਰਾ ਕੁਝ ਐਕਸੀਡੈਂਟਲੀ ਹੋ ਗਿਆ। ਮੈਂ ਕਿਹਾ ਇਹੋ ਜਿਹਾ ਐਕਸੀਡੈਂਟ ਜਿਹਦੇ 'ਚ ਤੁਹਾਡਾ ਤਾਂ ਸੁਵਰ ਗਿਆ, ਮੇਰੀ ਲੱਤ ਭੰਨਤੀ ਤੁਸੀਂ। ਤੇ ਸੋ ਮੈਨੂੰ ਕਹਿੰਦੇ ਜੀ ਆਪਾਂ ਮਿਲਦੇ ਹਾਂ, ਆਪਾਂ ਚਾਹ ਪੀਨੇ। ਮੈਂ ਕਿਹਾ ਤੁਸੀਂ ਤਾਂ ਸੈਲਫੀ ਲੈਣ ਨੂੰ ਵੀ ਕਿਹਾ ਸੀ, ਇਸ ਕਰਕੇ ਚਲੋ ਤੁਹਾਨੂੰ ਟਿਕਟ ਮੁਬਾਰਕ, ਤੁਸੀਂ ਆਪਦੀ। ਕਦੋਂ ਗੱਲ ਹੋਈ ਆ ਹੁਣ ਆਖਰੀ ਵਾਰ? ਅੱਜ ਜਿੱਦਣ ਨਵਜੋਤ ਸਿੱਧੂ ਜੀ ਹੁਣਾਂ ਨੇ ਔਰ ਚੰਨੀ ਜੀ ਨੇ ਆਉਣਾ ਸੀ, ਪਰਸੋਂ ਚੌਥ ਦੀ ਗੱਲ ਹੀ ਆ। ਹਾਂਜੀ, ਮੈਨੂੰ ਦੁੱਖ ਇਸ ਗੱਲ ਦਾ, ਇੱਕ ਦਿਨ ਪਹਿਲਾਂ ਮੈਂ ਚੰਨੀ ਜੀ ਨੂੰ ਮਿਲਿਆ, ਉਹਨਾਂ ਨੇ ਮੈਨੂੰ ਸਪਸ਼ਟ ਹੀ ਕਹਿ ਤਾ, ਕਹਿੰਦੇ ਨਹੀਂ ਮੈਨੂੰ ਤਾਂ ਕੋਈ ਪਤਾ ਨਹੀਂ, ਪ੍ਰੋਗਰਾਮ ਨਹੀਂ ਮੇਰਾ ਤਾਂ ਕੋਈ। ਸੋ ਤੇ ਮੈਨੂੰ ਫੋਨ ਕੀਤਾ ਉਹਨਾਂ ਨੇ, ਮੈਂ ਘਰੇ ਆਉਣ ਲੱਗਿਆ ਤੇ ਮੈਂ ਕਿਹਾ ਜੀ ਤੁਸੀਂ ਤਾਂ ਕਹਿੰਦੇ ਸੀ ਕੋਈ ਪ੍ਰੋਗਰਾਮ ਨਹੀਂ, ਕਹਿੰਦੇ ਅਚਾਨਕ ਬਣ ਗਿਆ। ਤੇ ਉਹ ਮੇਰੇ ਕੋਲੇ ਤਾਂ ਉਦਣ ਦਾ ਹੀ ਹਾਂ ਦਾ ਨਾਰਾ ਮਾਰਨ ਵਾਲੇ ਬੰਦੇ ਬੈਠੇ ਜਿੱਦਣ ਦਾ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਸ਼ੀ ਇਜ਼ ਜੁਆਇਨਿੰਗ ਕਾਂਗਰਸ ਪਾਰਟੀ। ਤੁਹਾਨੂੰ ਕਹਤਾ ਵੀ ਤੁਹਾਡੇ ਘਰ ਹੋ ਕੇ ਜਾਂਦੇ, ਫਿਰ ਹੋਏ ਨਹੀਂ ਉਹ ਬੰਦੇ ਮੇਰੇ ਕੋਲੇ ਜੀ। ਦੇਖੋ, ਜਿਹੜੇ ਬੰਦੇ ਨੇ ਜ਼ਿੰਦਗੀ 'ਚ ਪਿਆਰ ਖੱਟਿਆ ਹੋਵੇ ਤੇ ਪਿਆਰ ਹੀ ਕੀਤਾ ਹੋਵੇ, ਲੋਕ ਮੈਨੂੰ ਪਿਆਰ ਕਰਦੇ ਆ। ਮੈਂ ਚੰਡੀਗੜ੍ਹੋਂ ਅਜੇ ਤੁਰਿਆ ਨਹੀਂ ਸੀ ਤਾਂ ਲੋਕ ਮੈਨੂੰ ਕਹਿਣ ਲੱਗ ਪਏ ਜਦੋਂ ਹਾਂ ਦਾ ਨਾਰਾ ਮਾਰਨ ਲਈ,
ਮੈਂ ਕਿਹਾ ਮੈਂ 2 ਵਜੇ ਆਉਣਾ, ਮੈਨੂੰ 3:30 ਵੱਜ ਗਏ, ਉਦੋਂ ਵੀ ਉੱਥੇ ਇਕੱਠ ਉਵੇਂ ਹੀ ਕਰੀ ਬੈਠਾ। ਅਗਲੇ ਦਿਨ ਫਿਰ ਸਵੇਰੇ ਉਵੇਂ ਹੀ ਇਕੱਠੇ ਹੋਣ ਲੱਗ ਪਏ ਮੇਰੇ ਸਰਪੰਚ, ਮੇਰੇ ਮੋਹਤਬਾਰ ਸਾਥੀ ਕੌਂਸਲਰਸ ਜੀ। ਉਹ ਜਦੋਂ ਉਹ ਮੈਨੂੰ ਪਹਿਲੇ ਦਿਨ ਜਿੱਦਣ ਮੈਂ ਚੰਡੀਗੜ੍ਹੋਂ ਗਿਆ ਸੀ ਉਦਣ ਮੈਨੂੰ ਕਹਿੰਦੇ ਸੀ ਸਾਨੂੰ ਲੈ ਕੇ ਚੱਲ, ਅਸੀਂ ਅਸਤੀਫੇ ਦੇਣੇ ਆ, ਫਲਾਣੇ ਆ ਦੇਣੇ। ਉਹ ਅਗਲੇ ਦਿਨ ਬਹੁਤ ਸਾਰੇ ਬੰਦੇ ਅਸਤੀਫੇ ਲਿਖੀ ਬੈਠੇ ਸੀਗੇ ਵੀ ਅਸੀਂ ਕਾਂਗਰਸ ਪਾਰਟੀ ਛੱਡੀ। ਸੋ ਮੈਂ ਅਜੇ ਉਹ ਬੰਦਿਆਂ ਨੂੰ ਟੁੰਡੀ ਕਰਦਾ ਸੀਗਾ, ਉੱਥੇ ਘਰੇ ਹੀ ਬੈਠਾ ਸੀਗਾ। ਬਾਹਰ ਰਸ਼ ਹੋਣ ਲੱਗ ਪਿਆ, ਕਾਫੀ ਆਈ ਜਾਂਦੇ ਸੀਗੇ। ਤਾਂ ਉੱਥੇ ਹੀ ਚੰਨੀ ਜੀ ਦਾ ਫੋਨ ਆਇਆ, ਮੇਰੇ ਦੱਸਣ ਤੋਂ ਪਹਿਲਾਂ ਹੀ ਉੱਥੇ ਫੋਰਸ ਲੱਗ ਗਈ। ਉਹਨਾਂ ਨੇ ਜਦੋਂ ਪੁੱਛਿਆ ਤੇ ਉਹਨਾਂ ਨੇ ਦੱਸਤਾ ਵੀ ਮੁੱਖ ਮੰਤਰੀ ਨੇ ਆਉਣਾ। ਉਹ ਤਾਂ ਪਹਿਲਾਂ ਹੀ ਮਿਲਣ ਨੂੰ ਫਿਰਦੇ ਸੀ, ਉਹ ਹੋਰ ਵੀ ਜ਼ਿਆਦਾ ਇੱਕ ਦੂਜੇ ਨੂੰ ਦੱਸਤਾ ਹੋਣਾ, ਇਕੱਠ ਹੋ ਗਿਆ। ਮੈਨੂੰ SSP ਸਾਹਿਬ ਨੇ ਕਿਹਾ ਜੀ ਉਹਨਾਂ ਨੇ ਆਉਣਾ ਹੈਗਾ। ਅਤੇ ਮੈਂ ਕਿਹਾ ਇਹ ਮੇਰੇ ਪਿਆਰ ਦੇ ਬੱਝੇ ਲੋਕ ਆ, ਤੁਹਾਡੇ ਮੁੱਖ ਮੰਤਰੀ ਨੂੰ ਵੀ ਇਹ ਪਿਆਰ ਕਰਦੇ ਆ, ਅਸੀਂ ਕਾਂਗਰਸ ਪਾਰਟੀ ਦੇ ਨਾਲ ਹੀ ਜੁੜੇ ਹੋਏ ਹਾਂ, ਔਰ ਜੇ ਤੁਹਾਡਾ ਨਹੀਂ ਉਹ ਸਾਡਾ ਵੀ ਮੁੱਖ ਮੰਤਰੀ ਹੈ, ਤੁਸੀਂ ਇਸ ਗੱਲੋਂ ਬੇਫਿਕਰ ਰਹੋ। ਜੇ ਮੈਂ ਕਹਿ ਤਾ ਵੀ ਆਹ ਲੈਣ ਆ, ਇਹਦੇ ਤੋਂ ਅੱਗੇ ਨਹੀਂ, ਤੇ ਕੋਈ ਬੰਦਾ ਅੱਗੇ ਨਹੀਂ ਆਊਗਾ, ਇੰਨਾ ਮੈਨੂੰ ਪਿਆਰ ਕਰਦੇ ਔਰ ਮੈਨੂੰ ਭਰੋਸਾ। ਸੋ ਉਹ ਪਤਾ ਨਹੀਂ ਉਹਨਾਂ ਨੇ ਕੀ ਰਿਪੋਰਟ ਉਹਨਾਂ ਨੂੰ ਦੇ ਦਿੱਤੀ ਜੀ, ਉੱਥੇ ਇਕੱਠ ਬਹੁਤ ਹੋ ਗਿਆ ਜੀ, ਉਹ ਵਿਰੋਧ ਨਾ ਕਰ ਦੇਣ। ਮੁੱਖ ਮੰਤਰੀ ਸਾਹਿਬ ਉੱਥੇ ਸਿੱਧਾ ਉੱਧਰ ਹੀ ਚਲੇ ਗਏ। ਉਦੋਂ ਬਾਅਦ ਮੈਨੂੰ ਜਿਹੜੇ ਮੇਰੇ ਸਾਥੀ ਸੀ, ਜਦੋਂ ਫੋਰਸ ਵਿਡਰਾ ਹੋ ਗਈ ਤੇ ਮੈਂ ਤਾਂ ਅੰਦਰ ਬੈਠਾ ਸੀ ਘਰ ਦੇ, ਤੇ ਉਹ ਬਾਹਰ ਤਾਈਂ ਬਹੁਤ ਦੂਰ ਤਾਈਂ ਸੜਕ ਤਾਈਂ ਖੜ੍ਹੇ ਸੀਗੇ। ਉਹ ਫਿਰ ਵਿੱਚੋਂ ਕੁਛ 200-400 ਉਹ ਵੀ ਹੋਣੇ ਆ ਜਿਹੜੇ ਕਹਿੰਦੇ ਨਹੀਂ ਹੁਣ ਅਸੀਂ ਉੱਥੇ ਚੱਲ ਕੇ ਮੁੱਖ ਮੰਤਰੀ ਨੂੰ ਮਿਲ ਕੇ ਆਉਣੇ। ਪਰ ਪੁਲਿਸ ਨੇ ਕਿੱਥੇ ਜਾਣ ਦੇਣਾ ਸੀ, ਉਹਨਾਂ ਨੇ ਰਾਹ 'ਚ ਰੋਕ ਵੀ ਲਏ, ਮੁੜਿਆ ਹੀ ਉਹ। ਅਤੇ ਉਹ ਮੁੱਖ ਮੰਤਰੀ ਸਾਹਿਬ ਦਾ ਫੋਨ ਮੈਨੂੰ ਬਾਅਦ 'ਚ ਪਤਾ ਲੱਗਿਆ ਮਿਸ ਕਾਲ ਸੀਗੀ। ਮੈਂ ਬੈਕ ਕਾਲ ਕੀਤੀ, ਫਿਰ ਉਹਨੇ ਪਿਕ ਨਹੀਂ ਕੀਤਾ, ਤਾਂ ਆਇਆ ਨਹੀਂ ਕੋਈ ਵੀ। ਅੱਜ ਕੱਲ੍ਹ ਮਿਸ ਕਾਲ ਮੈਂਬਰਸ਼ਿਪ ਵੀ ਚੱਲਦੀ ਹੈ ਨਾ, ਸ਼ਾਇਦ ਸੋਚਦੇ ਹੁਣ ਵੀ ਦੁਬਾਰਾ ਫਿਰ ਮੈਂਬਰਸ਼ਿਪ ਕਰਵਾ ਲੈਂਦੇ ਆ। ਮੇਰੇ ਨਾਲ ਮੈਂਬਰਸ਼ਿਪ ਰੀਨਿਊ ਕਰਾਉਣ ਦੀ ਉਹਨਾਂ ਨੂੰ ਲੋੜ ਨਹੀਂ। ਤੁਹਾਡੇ ਨਾਲ ਤਾਂ ਬਲਕਾਰ ਸਿੱਧੂ ਦੇ ਗਾਣੇ ਵਾਲੀ ਹੋਈ ਨਾ, ਫਿਰ ਅਸੀਂ ਚਾਦਰਾਂ ਵਿਛਾਉਂਦੇ ਰਹਿ ਗਏ, ਝਾੜ ਕੇ ਤਾਂ ਸੱਜਣ ਗਵਾਂਢੋਂ ਮੁੜ ਗਏ। ਬਿਲਕੁਲ ਇਵੇਂ ਹੀ ਹੋ ਗਿਆ, ਬਿਲਕੁਲ ਇਵੇਂ ਹੋ ਗਿਆ। ਸੱਜਣਾਂ ਨੇ ਫੋਨ ਕਰਕੇ ਵੀ ਨਹੀਂ ਆਏ। ਨਵਜੋਤ ਸਿੱਧੂ ਜੀ ਨੇ ਤਾਂ ਫੋਨ ਕਰਨਾ ਵੀ ਗਵਾਰਾ ਨਹੀਂ ਸਮਝਿਆ। ਚਲੋ ਮੇਰੇ ਉਹ ਪਾਰਟੀ ਦੇ ਪ੍ਰਧਾਨ ਆ, ਕੀ ਪਤਾ ਉਹਨਾਂ ਨੇ ਕਿਹਾ ਹੋਵੇ ਵੀ ਠੋਕੋ, ਬਸ ਉਹ ਤਾੜੀ ਠੋਕਦੇ ਮੈਨੂੰ ਹੀ ਠੋਕ ਗਏ। ਪਰ ਇਹ ਦੱਸੋ ਵੀ ਤੁਹਾਨੂੰ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਟੈਲੀਫੋਨ ਕਰਕੇ ਤੇ ਬੁਲਾ ਲਿਆ ਆਪਦੇ ਘਰੇ, ਕਹਿੰਦੇ ਵੀ ਜੱਫੀ ਤਾਂ ਘੁੱਟ ਕੇ ਪਈ ਆ ਪਰ ਦਿਲ ਨਹੀਂ ਮਿਲੇ, ਸੱਚ? ਦੇਖੋ ਗੱਲ ਇਹ ਕਿ ਟੈਣਾ ਸਾਹਿਬ, ਮੈਂ ਬੜਾ ਇਮੋਸ਼ਨਲ ਜਿਹਾ ਬੰਦਾ ਹਾਂ। ਰਾਜਨੀਤੀ ਮੇਰੇ ਪਰਿਵਾਰ ਦਾ ਹਿੱਸਾ ਨਹੀਂ। ਮੇਰੇ ਫਾਦਰ ਸਾਹਿਬ ਫੌਜੀ ਸੀਗੇ, ਹੀ ਵਾਜ਼ ਐਕਸ ਸਰਵਿਸਮੈਨ, ਅਤੇ ਛੋਟੇ ਜਿਹੇ ਰੈਂਕ ਤੋਂ ਹੀ। ਮੇਰੀ ਮਦਰ ਟੀਚਰ ਸੀਗੀ ਪ੍ਰਾਇਮਰੀ ਸਕੂਲ ਦੇ ਵਿੱਚ। ਸੋ ਅਸੀਂ ਭੈਣ ਭਰਾ ਪੜ੍ਹੇ ਲਿਖੇ ਹਾਂ। ਮੈਂ ਡਾਕਟਰੀ ਕੀਤੀ ਆ, BMS ਕੀਤੀ, MBA ਕੀਤੀ ਆ, ਮੇਰੀ ਭੈਣ ਵੀ ਡਾਕਟਰ ਆ। ਪੇਰੈਂਟਸ ਨੇ ਪੜ੍ਹਾਇਆ ਹੀ ਆ ਅਤੇ ਤਹਿਜ਼ੀਬ ਦਿੱਤੀ ਆ, ਬਜ਼ੁਰਗਾਂ ਦੇ ਪੈਰੀਂ ਹੱਥ ਲਾਉਣੀ, ਬੱਚਿਆਂ ਨੂੰ ਪਿਆਰ ਕਰਨਾ ਔਰ ਪਿਆਰ ਹੀ ਵੰਡਣਾ। ਸੋ ਇਹਦੇ ਤੋਂ ਇਲਾਵਾ ਹੋਰ ਸਾਨੂੰ ਕੁਝ ਸਿਖਾਇਆ ਹੀ ਨਹੀਂ, ਕਨਿੰਗਨੈਸ ਆਉਂਦੀ ਨਹੀਂ। ਸਿਆਸਤ ਮੈਂ ਨਾ ਸਿੱਖਣੀ ਆ ਅਤੇ ਨਾ ਮੈਨੂੰ ਆਉਂਦੀ ਹੈਗੀ ਆ। ਪਰ ਮੈਨੂੰ ਇਸ ਗੱਲ ਦਾ ਬੜਾ ਮਲਾਲ ਹੈਗਾ ਕਿ ਜਿਸ ਪਾਰਟੀ ਵਾਸਤੇ ਤੁਸੀਂ ਇੰਨਾ ਕੀਤਾ ਹੋਵੋ, ਇਹ ਗੱਲ ਠੀਕ ਹੈ। ਮੈਂ ਸਮਝਦਾ ਕਿ ਜੇ ਮੈਂ ਪਾਰਟੀ ਲਈ ਕੀਤਾ, ਪਾਰਟੀ ਨੇ ਮੈਨੂੰ MLA ਬਣਾਤਾ, ਪਰ ਮੈਂ MLA ਬਣ ਕੇ ਵੀ ਕਿਹੜਾ ਉਸ ਪਾਰਟੀ ਦੇ ਕੋਈ ਪਰਚੜੇ ਉਡਾ ਦਿੱਤੇ। ਮੈਂ ਫਿਰ ਵੀ ਦਿਨ ਰਾਤ ਲੋਕਾਂ ਲਈ ਹਲਕੇ 'ਚ ਕੰਮ ਕੀਤਾ, ਐਡਾ ਦਫ਼ਤਰ ਖੋਲ੍ਹ ਕੇ, ਕੱਲੀ ਉੱਥੇ ਸੁਵਿਧਾ ਸੈਂਟਰ ਵਾਂਗੂ ਫ੍ਰੀ ਆਫ ਕੋਸਟ ਸਾਰੀਆਂ ਚੀਜ਼ਾਂ, ਔਰ ਮੇਰਾ ਸਾਰਾ ਟੱਬਰ ਲੱਗਿਆ ਰਹਿੰਦਾ। ਔਰ ਜਿੰਨਾ ਮੋਗੇ ਦੇ ਵਿੱਚ ਤੁਸੀਂ ਆਮ ਬੰਦੇ ਨੂੰ ਦੇਖੋ, ਮੈਂ ਪਹਿਲਾਂ ਕਿਹਾ ਕਿ 1,47,000 ਤਾਂ ਉਹ ਹੋਣਗੇ ਜਿਹੜੇ ਮੇਰੇ ਵਿਰੋਧੀ ਹੋਣਗੇ। ਆਮ ਬੰਦੇ ਨੂੰ ਤੁਸੀਂ ਪੁੱਛੋ, ਉਹ ਇਹ ਗੱਲ ਮੰਨੂਗਾ ਕਿ ਹਾਂ ਹਰਜੋਤ ਕਮਲ ਨੇ ਕੰਮ ਤਾਂ ਕੀਤਾ। ਪਰ ਚੰਨੀ ਸਾਹਿਬ ਕਹਿੰਦੇ ਵੀ ਤੁਹਾਨੂੰ ਕਿਤੇ ਹੋਰ ਐਡਜਸਟ ਕਰ ਦਿਆਂਗੇ। ਕਿੱਥੇ ਐਡਜਸਟ ਕਰਨਾ ਚਾਹੁੰਦੇ ਆ? ਦੇਖੋ ਉਹ ਮੈਨੂੰ ਆਫਰ ਦਿੱਤੀ ਉਹਨਾਂ ਨੇ, ਐਡਜਸਟ ਕਰ ਦਿਓ। ਮੈਂ ਉਸ ਗੱਲ ਵਾਸਤੇ ਉਹਨਾਂ ਨੂੰ 2 ਹੀ ਗੱਲਾਂ ਕਹੀਆਂ। ਪਹਿਲੀ ਗੱਲ ਤਾਂ ਇਹ ਹੈ ਕਿ ਹਰਜੋਤ ਕਮਲ ਕੋਈ ਬਹੁਤ ਵੱਡਾ ਸੈਲੀਬ੍ਰਿਟੀ ਨਹੀਂ। ਉਹਨੇ ਤਾਂ 10-15 ਸਾਲ ਆਪਣੇ ਮੋਗੇ 'ਚ ਲਾਏ ਹੈਗੇ ਆ, ਲੋਕਾਂ ਨਾਲ ਮੇਲ ਜੋਲ ਵਧਾਇਆ, ਤਾਂ ਜਾ ਕੇ 10 ਸਾਲਾਂ ਬਾਅਦ ਮੈਂ ਇੰਨੇ ਜੋਗਾ ਹੋਇਆ ਕਿ ਪਾਰਟੀ ਦੀ ਟਿਕਟ ਲੈਣ ਲਈ ਕਾਬਲ ਹੋਇਆ। ਮੈਂ ਕਾਂਗਰਸ ਪਾਰਟੀ ਤੋਂ ਜਿੱਤਣ ਲਈ ਕਾਬਲ ਹੋਇਆ। ਅੱਜ ਹਰਜੋਤ ਕਮਲ ਇੰਨਾ ਪਾਵਰਫੁੱਲ, ਇੰਨਾ ਵੱਡਾ ਨਹੀਂ ਬਣ ਗਿਆ ਕਿ ਅੱਜ ਮੈਂ ਕਿਸੇ ਵੀ ਜਾ ਕੇ ਥਾਂ 'ਤੇ ਖੜ੍ਹਾ ਹੋਵਾਂ ਤਾਂ ਲੋਕ ਕਹਿਣਗੇ ਹਰਜੋਤ ਕਮਲ ਆ ਗਿਆ, ਇਹਨੂੰ ਜਿਤਾ ਦਿਓ। ਹਾਂ,
ਮੈਨੂੰ ਤਾਂ ਮੇਰਾ ਉੱਥੇ ਕੰਮ ਕੀਤਾ ਪਿਆ 15 ਸਾਲ, ਮੈਂ ਤਾਂ ਉਨੇ ਕੁ ਜੋਗਾ ਹੀ ਹਾਂ। ਮੈਂ ਮੋਗੇ ਦਾ ਅਤੇ ਮੋਗਾ ਮੇਰਾ, ਮੈਨੂੰ ਮੋਗੇ ਰਹਿਣ ਦਿਓ। ਜੇ ਤੁਸੀਂ ਨਵਾਂ ਕੋਈ ਥਾਂ ਦੇਣਾ ਚਾਹੁੰਦੇ ਆ ਤੇ ਸੋਨੂ ਸੂਦ ਜੀ ਨੂੰ ਦੇ ਦਿਓ ਨਾ, ਉਹ ਤਾਂ ਸੈਲੀਬ੍ਰਿਟੀ ਹੈ ਮੋਗੇ ਵਿੱਚ, ਉਹਨਾਂ ਨੇ ਕਿਹੜਾ ਕੋਈ ਕੰਮ ਕੀਤਾ? ਉਹ ਕਹਿੰਦੇ ਮੋਗਾ ਮੇਰਾ ਪੇਕਾ ਪਿੰਡ ਆ। ਉਹਨਾਂ ਪੇਕੇ ਪਿੰਡ ਦਾ ਮਤਲਬ ਇਹ ਨਹੀਂ ਹੁੰਦਾ ਟੈਣਾ ਸਾਹਿਬ, ਪੇਕਾ ਦਾ ਤੁਹਾਡਾ ਵੀ ਹੈਗਾ, ਤੁਸੀਂ ਉੱਥੇ ਕਿੰਨੇ ਕੁ ਗੇੜੇ ਮਾਰ ਕੇ ਤੇ ਕਿੰਨਾ ਕੁ ਸਵਾਰ ਕੇ ਆਉਂਦੇ ਆ, ਤੁਹਾਨੂੰ ਜ਼ਿਆਦਾ ਪਤਾ ਹੋਣਾ। ਪੇਕਾ ਪਿੰਡ ਵੀ ਉਹਨਾਂ ਦਾ ਉਹੀ ਆ ਅਤੇ ਸਹੁਰਾ ਪਿੰਡ ਵੀ ਉਹਨਾਂ ਦਾ ਉਹੀ ਆ, ਪਰ ਇਸ ਗੱਲ ਦੇ ਨਾਲ ਫਰਕ ਨਹੀਂ ਪੈਂਦਾ ਤੁਸੀਂ ਪੇਕੇ ਨੂੰ ਸਵਾਰਿਆ ਕਿੰਨਾ ਕੁ, ਤੁਸੀਂ ਪੇਕੇ ਲਈ ਕੀਤਾ ਕੀ ਹੈ। 6 ਮਹੀਨੇ ਪਹਿਲਾਂ ਤੁਸੀਂ ਜੇ 4 ਮਾਸਕ ਵੰਡ ਤੇ 2 ਮੋਬਾਈਲ ਦੇ ਤੇ, ਜਾਂ ਹੁਣ ਤੁਹਾਡੇ ਭਰਾ ਨੇ ਤੁਹਾਡੀ ਇਲੈਕਸ਼ਨ 'ਤੇ ਉਹ ਪੈਸੇ ਜਿਹੜੇ ਲੋਕਾਂ ਨੇ ਬੱਚਿਆਂ ਦੇ ਆਪਰੇਸ਼ਨ ਕਰਾਉਣ ਲਈ ਜਾਂ ਹੋਰ ਚੀਜ਼ਾਂ ਲਈ ਸੂਦ ਫਾਊਂਡੇਸ਼ਨ ਨੂੰ ਚੈਰਿਟੀ 'ਚ ਦਿੱਤੇ ਸੀ, ਉਹਦੇ 'ਚੋਂ ਜੇ 20 ਲੱਖ ਦੇ ਸਾਈਕਲ ਵੰਡ ਤੇ, ਤਾਂ ਇਹ ਥੋੜ੍ਹੀ ਕੋਈ ਕੰਮ ਹੁੰਦਾ। ਪੋਲੀਟੀਕਲ ਕੰਮ ਤਾਂ ਇਹ ਹੁੰਦਾ ਕਿ ਲੋਕ ਮੈਨੂੰ ਅੱਧੀ ਰਾਤ ਨੂੰ ਫੋਨ ਕਰ ਦਿੰਦੇ ਆ, ਸਾਡੇ ਐਂ ਹੋ ਗਿਆ ਜੀ, ਬੰਦੇ ਆ ਗਏ, ਸਾਡੇ ਐਂ ਹੋ ਗਿਆ ਜੀ, ਬਿਜਲੀ ਚਲ ਗਈ। ਇੱਥੇ ਤਾਂ ਹਰਜੋਤ ਕਮਲ ਦਾ ਦਰਵਾਜ਼ਾ ਖੁੱਲ੍ਹਾ ਹੁੰਦਾ 24 ਘੰਟੇ, ਉੱਥੇ ਤਾਂ ਹਾਲਤ ਇਹ ਆ ਵੀ ਪੱਤਰਕਾਰ ਵੀ ਵਿਚਾਰੇ ਕਹਿੰਦੇ ਆ ਵੀ ਸਾਨੂੰ ਸੱਦ ਕੇ ਬਾਈਟ ਦਿੱਤੀ ਅਤੇ ਉਸ ਤੋਂ ਬਾਅਦ ਕਹਿੰਦੇ ਸਤਿ ਸ੍ਰੀ ਅਕਾਲ, ਤੇ ਦਰਵਾਜ਼ਾ ਭੇੜ ਦਿੰਦੇ ਆ। ਉਸ ਘਰੇ ਥੋੜ੍ਹੀ ਕੋਈ ਆਮ ਬੰਦਾ ਵੜ ਸਕਦਾ ਹਰਜੋਤ ਕਮਲ ਵਾਂਗੂ। ਉਹ ਇੱਥੇ ਤਾਂ ਮੈਨੂੰ ਕੱਲ੍ਹ ਵੀ ਉਹ ਕਿਸੇ ਨੇ ਪੁੱਛਿਆ, ਕਿਸੇ ਪੱਤਰਕਾਰ ਸਾਹਿਬ ਨੇ, ਕਹਿੰਦੇ ਜੀ ਉਹ ਤਾਂ ਕਹਿੰਦੇ ਹਰਜੋਤ ਕਮਲ ਮੇਰਾ ਭਰਾ, ਮੈਂ ਕਿਸੇ ਦਿਨ ਜਾਊਂਗੀ ਚਾਹ ਪੀ ਕੇ ਆਊਂਗੀ। ਮੈਂ ਕਿਹਾ ਮੇਰੀ ਵੀ ਛੋਟੀ ਭੈਣ ਆ, ਚਾਹ ਦਾ ਤਾਂ ਹਰਜੋਤ ਦੇ ਘਰੇ ਲੰਗਰ ਚੱਲਦਾ ਰਹਿੰਦਾ, ਸਾਡੇ ਕਿਹੜਾ ਗਿਣ ਕੇ ਕੱਪ ਧਰਦੇ ਆ ਵੀ 4 ਬੰਦੇ ਆ ਗਏ ਤੇ 3 ਕੱਪ ਪਾਣੀ ਦੇ ਪਾ ਲਓ, 1 ਦੁੱਧ ਪੈ ਜਾਣਾ। ਇੱਥੇ ਤਾਂ ਲੰਗਰ ਚੱਲਦਾ। ਔਰ ਪਿਛਲੇ ਬਹੁਤ ਲੰਬੇ ਸਮੇਂ ਤੋਂ ਮੇਰੇ ਦਫ਼ਤਰ ਵੀ ਰਿਕਾਰਡ ਆ ਔਰ ਮੇਰੇ ਘਰ ਵੀ ਰਿਕਾਰਡ ਆ ਵੀ ਕਦੀ ਚਾਹ ਪੀਤੀ ਬਿਨਾਂ ਤਾਂ ਅਸੀਂ ਬੰਦਾ ਹੀ ਨਹੀਂ ਜਾਣ ਦਿੱਤਾ, ਅਤੇ ਬੂਹਾ ਸਾਡਾ ਤਾਂ ਕਦੀ ਬੰਦ ਹੀ ਨਹੀਂ ਹੁੰਦਾ ਜੀ। ਰਾਤ ਨੂੰ ਭਾਵੇਂ ਸੌਣ ਲੱਗਿਆ ਕਿਤੇ ਬੰਦ ਕਰ ਦਿਓ, ਵੀ ਕਈ ਵਾਰੀ ਕੁੰਡਾ ਲਾਉਣਾ ਭੁੱਲ ਜੀਦਾ। ਅਤੇ ਸੋ ਸਿਆਸਤ ਤਾਂ ਲੋਕਾਂ ਨਾਲ ਮੇਲ ਜੋਲ ਨਾਲ ਅਤੇ ਪਿਆਰ ਨਾਲ ਹੁੰਦੀ ਹੈ। ਇਹਦੇ ਵਿੱਚ ਜੇ ਤੁਸੀਂ ਇਹ ਕਹੋ ਕਿ ਮੈਂ 4 ਮਾਸਕ ਵੰਡ ਲਏ, ਜਿੰਨਾ ਕੰਮ ਹਰਜੋਤ ਕਮਲ ਨੇ ਕਰੋਨਾ ਦੇ ਦਿਨਾਂ 'ਚ ਮੋਗੇ ਲਈ ਕੀਤਾ, ਉਹਨਾਂ ਤਾਂ ਇਹਨਾਂ ਨੂੰ ਪੁੱਛੋ ਕੀਤਾ ਕੋਈ? ਜਾਂ ਹੋਰ ਵੀ ਕੋਈ ਲੀਡਰ ਕਹਿ ਦੇਵੇ ਕਦੀ ਘਰੋਂ ਬਾਹਰ ਨਿਕਲਿਆ ਹੋਵੇ, ਇਹਨਾਂ ਨੇ ਤਾਂ ਉਹਨਾਂ ਵੀ ਨਹੀਂ ਕੀਤਾ। ਲੋਕੀ ਤਾਂ ਫਿਰ ਵੀ ਜਿਹੜੇ ਮੋਗੇ ਵਾਲੇ ਤਾਂ ਚੰਡੀਗੜ੍ਹ ਵਾਲੀਆਂ ਕੋਠੀਆਂ 'ਚ ਲਾਈਵ ਹੋ ਕੇ ਵੀਡੀਓ ਹੀ ਪਾਉਂਦੇ ਰਹੇ, ਇਹ ਤਾਂ ਮਹਾਰਾਸ਼ਟਰ 'ਚ ਕੰਮ ਕੀਤਾ ਹੋਊ, ਇੱਥੇ ਤਾਂ ਨਹੀਂ ਕੋਈ ਕੀਤਾ। ਪਰ ਜਦੋਂ ਚੰਨੀ ਸਾਹਿਬ ਨੇ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਘਰ ਬੁਲਾ ਕੇ, ਤੁਸੀਂ ਮੰਨ ਗਏ ਕਿ ਨਹੀਂ? ਤੁਸੀਂ ਅੱਗੋਂ ਉੱਤਰ ਕੀ ਦੇ ਕੇ ਆਏ ਹੋ? ਦੇਖੋ, ਮੰਨਣ ਵਾਲੀ ਗੱਲ ਟੈਣਾ ਸਾਹਿਬ ਇਹ ਆ, ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਲਈ ਮੈਂ ਇਹੀ ਸ਼ਬਦ ਕਹੇ ਆ ਕਿ ਮੈਂ ਮੋਗੇ ਤੋਂ ਹੀ ਲੜੂ, ਕਿ ਉਹ ਤਾਂ ਸੈਲੀਬ੍ਰਿਟੀ ਹੈ, ਉਹਨਾਂ ਦਾ ਮੋਗੇ 'ਚ ਕੋਈ ਕੰਮ ਤਾਂ ਕੀਤਾ ਨਹੀਂ। ਤੁਸੀਂ ਤਾਂ ਸਿਰਫ ਉਹਨਾਂ ਨੂੰ ਉਹਨਾਂ ਦੀ ਸੈਲੀਬ੍ਰਿਟੀ ਜਾਂ ਸਟਾਰਡਮ ਦੇ ਕਰਕੇ ਟਿਕਟ ਦੇਣ ਲੱਗੇ ਨਾ। ਪੋਲੀਟੀਕਲ ਪਾਰਟੀਆਂ ਵੀ ਸਿਆਸੀ ਬੰਦੇ ਤਾਂ ਫਿਰ ਸਿਆਸਤ ਕਰ ਗਏ ਮੇਰੇ ਨਾਲ। ਉਹ ਵਿਚਾਰਾ ਇਹਨਾਂ ਦੇ ਆ ਗਿਆ ਫਿਰ ਵੀ ਅਖੀਰ 'ਚ ਦਾ ਥੱਲੇ। ਕਦੀ ਸਵੇਰੇ ਜਾਂਦੇ ਸੀਗੇ BJP ਨੂੰ ਮਿਲਣ, ਸ਼ਾਮ ਨੂੰ ਕੇਜਰੀਵਾਲ ਸਾਹਿਬ ਨੂੰ, ਵਿੱਚ ਦੀ ਕੈਪਟਨ ਸਾਹਿਬ ਨੂੰ, ਵਿੱਚ ਦੀ ਚੰਨੀ ਸਾਹਿਬ ਨੂੰ, ਵਿੱਚ ਦੀ ਸੁਖਬੀਰ ਬਾਦਲ ਜੀ ਨਾਲ ਫੋਟੋਆਂ ਵਾਇਰਲ ਹੋ ਗਈਆਂ। ਅਖੀਰ ਫਿਰ ਉਹਨਾਂ ਨੇ ਲਪੇਟੇ 'ਚ ਲੈ ਕੇ ਅਤੇ ਕਾਂਗਰਸ 'ਚ ਸ਼ਾਮਲ ਕਰਾ ਲਈ। ਪਰ ਉਹ ਵੀ ਤੇਜ਼ ਬਹੁਤ ਹੈ, ਨਾ ਤਾਂ ਆਪ ਸੋਨੂ ਸੂਦ ਸ਼ਾਮਲ ਹੋਇਆ, ਨਾ ਮਾਲਵਿਕਾ ਦਾ ਹਸਬੈਂਡ ਸ਼ਾਮਲ ਹੋਇਆ। ਇਕੱਲੀ ਨਹੀਂ, ਦੋਹਾਂ ਦੇ ਵਿਚਾਲੇ ਬਹਿ ਕੇ, ਜਿਵੇਂ ਤੁਸੀਂ ਕਿਹਾ ਵੀ ਇੱਧਰ ਸਿੱਧੂ ਸਾਹਿਬ ਬੈਠੇ ਸੀ ਉੱਧਰ, ਅਤੇ ਉਹ ਪਾਰਟੀ ਦਾ ਸਰੋਪਾ ਪਾ ਲਿਆ। ਨਾ ਤਾਂ ਉੱਥੇ ਸੋਨੂ ਸੂਦ ਕਿਤੇ ਨਜ਼ਰ ਆਏ ਆ, ਬਾਅਦ ਵਿੱਚ ਕਮਰੇ 'ਚ ਜਾ ਕੇ। ਉਹ ਮੈਨੂੰ ਸਮਝ ਨਹੀਂ ਲੱਗਦੀ, ਨਵਜੋਤ ਸਿੱਧੂ ਐਡੇ ਵੱਡੇ ਆਪ ਸੈਲੀਬ੍ਰਿਟੀ, ਐਡਾ ਉਹਨਾਂ ਦਾ ਚਿਹਰਾ, ਕੀ ਲੋੜ ਆ ਮਗਰ ਤੁਰੇ ਫਿਰਦੇ? ਇਹਨਾਂ ਦੇ ਮਗਰ ਤਾਂ MLA ਮੰਤਰੀ ਤੁਰੇ ਫਿਰਦੇ ਆ। ਉਵੇਂ ਚੰਨੀ ਜੀ ਮੁੱਖ ਮੰਤਰੀ ਆ, ਐਡੀ ਪਾਰਟੀ ਦਾ ਐਡਾ ਵੱਡਾ ਚਿਹਰਾ, ਉਹ ਅੰਦਰ ਵੜ ਕੇ ਬੈਠੇ ਨੇ ਸੋਨੂ ਸੂਦ ਜੀ, ਅਤੇ ਉਹਨਾਂ ਨੂੰ ਫਿਰ ਅੰਦਰ ਜਾ ਕੇ ਉਹਨਾਂ ਨਾਲ ਫੋਟੋਆਂ ਕਰਾਈ ਜਾਂਦੇ। ਬੜਾ ਮੈਨੂੰ ਵੈਸੇ ਦੁੱਖ ਲੱਗਿਆ ਇਸ ਗੱਲ ਦਾ। ਹੁਣ ਤੁਸੀਂ ਮੋਗੇ ਤੋਂ ਸ਼ਾਮਲ ਕਰਾਉਣੀ, ਤੁਸੀਂ ਸ਼ਾਮਲ ਕਰਾਉਣਾ ਸੀ ਉਹਦੇ ਚੰਡੀਗੜ੍ਹ ਸਾਦੇ ਕਾਂਗਰਸ ਭਵਨ ਸ਼ਾਮਲ ਕਰਾਉਂਦੇ। ਚਲੋ ਫਿਰ ਇਹਦਾ ਮਤਲਬ ਤਾਂ ਵੀ ਸੋਨੂ ਸੂਦ ਜੀ ਦਾ ਸਟਾਰਡਮ ਵੱਡਾ ਸੀ, ਉਹਦੇ ਘਰੇ ਆ ਕੇ ਸ਼ਾਮਲ ਕਰਾ ਕੇ। ਮੇਰੇ ਬਾਰੇ ਤੁਸੀਂ ਪੁੱਛਿਆ, ਮੈਨੂੰ ਉਹਨਾਂ ਨੇ ਨਵਾਂ ਇੱਕ ਏਰੀਆ ਆਫਰ ਕੀਤਾ ਸੀਗਾ, ਬਟ ਮੈਂ ਸਟ੍ਰੇਟ ਲਈ ਉਹਨਾਂ ਨੂੰ ਰਿਫਿਊਜ਼ ਕਰ ਦਿੱਤਾ, ਕਿਉਂਕਿ ਮੇਰਾ ਪਹਿਲੀ ਗੱਲ ਤਾਂ ਮੇਰਾ ਚਿਹਰਾ ਐਡਾ ਵੱਡਾ ਨਹੀਂ ਨਵੀਂ ਥਾਂ 'ਤੇ ਜਾ ਕੇ। ਹੁਣ ਤੁਸੀਂ ਮੋਗੇ ਤੋਂ ਲੜੋਗੇ? ਦੂਜੀ ਗੱਲ, ਮੈਂ ਮੋਗਾ ਨਹੀਂ ਛੱਡਣਾ। ਆਜ਼ਾਦ ਲੜੋਗੇ? ਨਹੀਂ, ਮੈਂ ਤਾਂ ਕੋਈ ਆਜ਼ਾਦੀ ਵਾਲੀ ਗੱਲ ਨਹੀਂ, ਅਜੇ ਕਿਹੜਾ ਟਿਕਟ ਉਹਨਾਂ ਦੀ ਡਿਕਲੇਅਰ ਕਰਤੀ। ਅੱਜ ਵੀ ਮੈਨੂੰ
ਮੇਰੇ ਮੁੱਖ ਮੰਤਰੀ ਨੇ ਕਿਹਾ ਕਿ ਤੂੰ ਕਿਉਂ ਓਵਰ ਰਿਐਕਟ ਕਰ ਰਿਹਾ, ਅਜੇ ਤੱਕ ਅਸੀਂ ਕੋਈ ਉਹਦੀ ਟਿਕਟ ਡਿਕਲੇਅਰ ਨਹੀਂ ਕੀਤੀ। ਟਿਕਟ ਤਾਂ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ। ਤੁਸੀਂ ਤਾਂ ਮੈਨੂੰ ਉਹ ਕਹਿੰਦੇ ਕਿ ਤੂੰ ਤਾਂ ਪੁਰਾਣਾ ਬੰਦਾ, ਤੈਨੂੰ ਪਤਾ ਟਿਕਟ ਕਿਵੇਂ ਮਿਲਦੀ। ਸਕਰੀਨਿੰਗ ਕਮੇਟੀ ਦੇ ਵਿੱਚੋਂ ਦੀ ਲੰਘ ਕੇ ਜਾਣੀ ਆ। ਜੇ ਉਹਦੀ ਜਦੋਂ ਤੂੰ ਕੰਮ ਕੀਤਾ ਵਿਆ, ਇੰਨੇ ਸਾਲਾਂ ਤੋਂ ਉੱਥੇ ਲੱਗਿਆ ਵਿਆ, ਲੋਕ ਤੇਰੇ ਨਾਲ ਜੁੜੇ ਵੇ ਆ। ਕੱਲ੍ਹ ਵਾਲਾ ਜੋ ਇਕੱਠ ਤੇਰੇ ਸੀਗਾ ਉਹਦੇ ਤੋਂ ਤਾਂ ਮੈਂ ਦੇਖ ਕੇ ਡਰ ਕੇ ਮੈਨੂੰ ਭੱਜ ਗਿਆ, ਅਤੇ ਸੋਨੂੰ ਸੂਦ ਤਾਂ ਫਿਰ ਹੋ ਸਕਦਾ ਪਹਿਲਾਂ ਹੀ ਭੱਜ ਜੇ। ਸੋ ਇੱਕ ਗੱਲ ਤਾਂ ਇਹ ਹੈਗੀ ਆ ਕਿ ਫੈਸਲਾ ਪਾਰਟੀ ਨੇ ਚੰਗਾ ਨਹੀਂ ਕੀਤਾ। ਜੇ ਮੈਂ ਇਹਨੂੰ ਗਲਤ ਨਾ ਕਹਾਂ ਤਾਂ ਚੰਗਾ ਨਹੀਂ ਕੀਤਾ। ਸੋ ਇੱਥੇ ਮੈਂ ਜਿਹੜੀ ਗੱਲ ਆਪਦੀ ਤੁਸੀਂ ਮੇਰੇ ਤੋਂ ਪੁੱਛ ਰਹੇ ਆ, ਮੈਂ ਅੱਜ ਵੀ ਉਹਨਾਂ ਨੂੰ ਇਹ ਗੱਲ ਕਹਿ ਕੇ ਆਇਆ ਕਿ ਮੈਂ ਚੋਣ ਮੋਗੇ ਤੋਂ ਲੜੂੰਗਾ, ਮੈਂ ਕਿਤੇ ਹੋਰ ਨਹੀਂ ਜਾਣਾ। ਮੰਨ ਲਓ ਕਿ ਮਾਲਵਿਕਾ ਸੂਦ ਨੂੰ ਟਿਕਟ ਮਿਲ ਜਾਂਦੀ ਹੈ, ਤੁਹਾਡੀ ਕੱਟ ਦਿੰਦੇ ਆ, ਤੁਸੀਂ ਆਜ਼ਾਦ ਲੜੋਗੇ ਜਾਂ ਫਿਰ ਕੁਝ ਕੁ ਲੋਕ ਸ਼ਾਇਦ ਇਹ ਕਹਿੰਦੇ ਵੀ ਬੀਜੇਪੀ ਦੇ ਵੱਲੋਂ ਲੜੋਗੇ? ਕਨਸੋਆਂ ਜ਼ਰੂਰੀ ਨਹੀਂ ਕਿ ਸਾਰੀਆਂ ਗੱਲਾਂ ਸਹੀ ਹੋਣ। ਕੀ ਮਾਲਵਿਕਾ ਸੂਦ ਨੂੰ ਜਿੱਤਣ ਦਿਓਗੇ? ਕਨਸੋਆਂ ਦੀ ਗੱਲ ਇਹ ਹੈਗੀ ਹੈ ਜੀ ਕਿ ਇਸ ਵੇਲੇ ਉੱਥੋਂ ਤੁਸੀਂ ਕਾਂਗਰਸ ਪਾਰਟੀ ਦੀ ਗੱਲ ਤਾਂ ਇਹ ਲੱਗਦੀ ਹੈਗੀ ਹੈ ਕਿਉਂਕਿ ਉਹ ਬੜੇ 6 ਮਹੀਨਿਆਂ ਤੋਂ ਪੁਣ ਛਾਣ ਕਰ ਰਹੇ ਸੀ ਪਾਰਟੀਆਂ ਦੀ, ਅਤੇ ਉਹਨਾਂ ਨੂੰ ਕੋਈ ਪਸੰਦ ਨਹੀਂ ਸੀ ਆ ਰਹੀ। ਅਤੇ ਅੱਜ ਜੇ ਉਹਨਾਂ ਨੇ ਕਾਂਗਰਸ ਤੋਂ ਨੂੰ ਜੁਆਇਨ ਕੀਤਾ ਤਾਂ ਲੋਕਾਂ ਨੂੰ ਐਂ ਲੱਗਦਾ ਵੀ ਪਤਾ ਨਹੀਂ ਕੋਈ ਕਮਿਟਮੈਂਟ ਲੈ ਕੇ ਜਾਂ ਪਤਾ ਨਹੀਂ ਉਹ ਇੱਥੋਂ ਹੀ ਉਹਨਾਂ ਨੂੰ ਸਾਰ ਲੱਗਿਆ ਹੋਣਾ ਤਾਂ ਹੀ ਜੁਆਇਨ ਕੀਤੀ ਹੈ। ਔਰ ਜਿਹੜੀ ਦੂਜੀ ਸੀਗੀ ਆਮ ਆਦਮੀ ਪਾਰਟੀ, ਉਹਨਾਂ ਨੇ ਵੀ ਆਪਣਾ ਕੈਂਡੀਡੇਟ ਡਿਕਲੇਅਰ ਕਰਤਾ। ਜਿਹੜੀ ਅਕਾਲੀ ਦਲ ਹੈ, ਸ਼੍ਰੋਮਣੀ ਅਕਾਲੀ ਦਲ, ਉਹਨਾਂ ਨੇ ਵੀ ਡਿਕਲੇਅਰ ਕਰਤਾ। ਲੈ ਦੇ ਕੇ ਉੱਥੇ ਬੀਜੇਪੀ ਹੈਗੀ ਹੈ, ਅਤੇ ਲੋਕਾਂ ਨੂੰ ਇਹੀ ਲੱਗਦਾ ਵੀ ਹੁਣ ਹਰਜੋਤ ਕੋਲੇ ਦੋ ਹੀ ਚੁਆਇਸਾਂ, ਤਾਂ ਆਪ ਹੀ ਉਹ ਆਪ ਮੁਹਾਰੇ ਖਬਰਾਂ ਲਾਈ ਜਾਂਦੇ ਆ। ਕੋਈ ਕਹੀ ਜਾਂਦਾ ਵੀ ਆਜ਼ਾਦ ਲੜੂਗਾ, ਕੋਈ ਕਹੀ ਜਾਂਦਾ ਨਹੀਂ ਨਹੀਂ ਇਹ ਤਾਂ ਬੀਜੇਪੀ ਜੁਆਇਨ ਕਰੂਗਾ। ਬੀਜੇਪੀ ਦੇ ਕਿਸੇ ਵੀ ਨੇਤਾ ਨਾਲ ਕੋਈ ਮੀਟਿੰਗ ਨਹੀਂ ਹੋਈ? ਬਿਲਕੁਲ ਅੱਜ ਤਾਈਂ ਕਿਸੇ ਬੀਜੇਪੀ ਦੇ ਬੰਦੇ ਨਾਲ ਮੀਟਿੰਗ ਨਹੀਂ ਹੋਈ। ਆਫਰਸ ਮੈਨੂੰ ਸਾਰੀਆਂ ਪਾਰਟੀਆਂ ਜਿੰਨੀਆਂ ਹੈਗੀਆਂ ਉਹਨਾਂ ਦੀਆਂ ਆਈਆਂ ਹੈਗੀਆਂ। ਐਂਡ ਇਹ ਦੇਖੋ ਇੱਕ ਸੁਭਾਵਕ ਆ, ਇੱਕ ਬੰਦੇ ਨੇ ਜਿੱਥੇ ਇੰਨੀ ਦੇਰ ਕੰਮ ਕੀਤਾ ਹੋਵੇ, ਇੰਨੇ ਹਨੇਰੀ ਝੱਖੜਾਂ ਦੇ ਵਿੱਚੋਂ ਜਿਹੜਾ ਬੰਦਾ ਜਿੱਤਿਆ ਵਿਆ ਹੋਵੇ ਅਤੇ 5 ਸਾਲ ਉੱਥੇ MLA ਰਹਿ ਗਿਆ ਹੋਵੇ। ਇੱਕ MLA ਦਾ 40 ਪਿੰਡ ਆ, ਉਹਦੇ ਵਿੱਚ ਤੁਸੀਂ 200 400 ਵੋਟ ਵੀ ਲਾਓ, ਇਵੇਂ ਹੀ 50 ਵਾਰਡ ਆ। ਉਹ ਕਰਦੇ ਕਰਾਉਂਦੇ ਜੇ ਤੁਸੀਂ ਮੋਟੀ ਜਿਹੀ ਗੱਲ ਲਾਓ ਤਾਂ ਕੋਈ ਵੀ ਨਲਾਇਕ ਤੋਂ ਨਲਾਇਕ ਵੀ MLA ਜਿਹੜਾ ਹੈਗਾ 8-10 ਹਜ਼ਾਰ ਵੋਟ ਤਾਂ ਉਹਦੇ ਨਾਲ ਕੰਮਾਂ ਕਾਰਾਂ ਕਰਕੇ, ਇੰਨੀ ਦੇਰ ਦੇ ਵਰਤ ਵਰਤਾ ਕਰਕੇ ਪਰਿਵਾਰਕ ਵਾਂਗੂ ਜੁੜ ਗਈ ਹੁੰਦੀ ਹੈ। ਸੋ ਕਿਸੇ ਵੀ ਬੰਦੇ ਨੂੰ ਜੇ ਜਿੱਤ ਹਾਰ ਤਾਂ ਜਿਹੜੀ ਆ ਉਹ ਮੈਂ ਤੁਹਾਨੂੰ ਦੱਸਿਆ ਵੀ ਡਾਕਟਰ ਮਾਲਤੀ ਥਾਪਰ ਜੀ 92 'ਚ 4 ਵੋਟਾਂ 'ਤੇ ਜਿੱਤੇ ਸੀ। ਜਥੇਦਾਰ ਜੀ ਇੱਕ ਵਾਰੀ 341 ਕਿਤੇ ਜਿੱਤੇ ਸੀ, ਅਤੇ ਜੈਨ ਸਾਹਿਬ 1100 ਸ਼ਾਇਦ 21 ਦੇ ਜਿੱਤੇ ਸੀ। ਮੈਂ 1764 ਦੇ ਜਿੱਤਿਆ। ਸੋ ਜਿੱਤ ਹਾਰ ਤਾਂ ਇੰਨਿਆਂ ਕਿਤੇ ਹੀ ਹੁੰਦੀ ਆ। ਸੋ ਇਹ ਹੁਣ ਵੀ ਇੰਨਿਆਂ ਕਿਤੇ ਹੀ ਹੋਣੀ ਹੈ। ਅਤੇ ਜੇ ਉੱਥੇ ਜਿੰਨਾ ਮੈਨੂੰ ਲੋਕ ਪਿਆਰ ਕਰਦੇ ਆ, ਜਿੰਨੇ ਮੈਨੂੰ ਅੱਜ ਫੋਨ ਆਏ ਆ, ਹਰ ਬੰਦਾ ਕਹਿੰਦਾ ਜੀ ਸਾਨੂੰ ਨਹੀਂ ਪਤਾ, ਤੂੰ ਯਾਦ ਖੜ, ਤੂੰ ਕਿਸੇ ਪਾਰਟੀ ਦੀ ਟਿਕਟ ਲੈ, ਅਸੀਂ ਤਾਂ ਹਰਜੋਤ ਕਮਲ ਨੂੰ। ਮਤਲਬ ਇਹ ਆ ਵੀ ਜੇਕਰ ਤੁਹਾਨੂੰ ਟਿਕਟ ਨਹੀਂ ਮਿਲਦੀ ਤਾਂ ਮਾਲਵਿਕਾ ਸੂਦ ਨੂੰ ਵੀ ਜਿੱਤਣ ਨਹੀਂ ਦਿਓਗੇ? ਜਾਂ ਸੁਭਾਵਿਕ ਤੌਰ ਦੇ ਉੱਤੇ ਤੁਸੀਂ ਸੋਚੋਗੇ? ਨਹੀਂ, ਮੈਂ ਆਪਣੇ ਜਿੱਤਣ ਦੀ ਗੱਲ ਕਰੂੰਗਾ ਜੀ, ਆਪਾਂ ਹਾਰਨ ਵਾਲੀ ਕਿਉਂ ਗੱਲ ਕਰਾਂਗੇ? ਮੈਂ ਜਿੱਤੂੰਗਾ ਉੱਥੋਂ। ਬਾਈ ਜੀ ਇਹ ਦੱਸੋ ਵੀ ਕੀ ਕਾਰਨ ਆ ਕਿ ਅੱਜ ਕੱਲ੍ਹ ਸਿਆਸੀ ਪਾਰਟੀਆਂ ਸੈਲੀਬ੍ਰਿਟੀ ਦੇ ਉੱਤੇ ਬਹੁਤ ਨਿਰਭਰ ਆ? ਸਿੱਧੂ ਸਾਹਿਬ ਅਤੇ ਚਰਨਜੀਤ ਸਿੰਘ ਚੰਨੀ ਇਹ ਸਿੱਧੂ ਮੂਸੇ ਵਾਲੇ ਨੂੰ ਸ਼ਾਮਲ ਕਰ ਲੈਂਦੇ ਆ, ਉੱਥੇ ਵੀ ਰੌਲਾ ਪੈ ਜਾਂਦਾ। ਹੁਣ ਸਿੱਧੂ ਮੂਸੇਵਾਲਾ ਕਹਿੰਦਾ ਮੈਂ ਆਜ਼ਾਦ ਲੜੂੰਗਾ, ਤੁਹਾਡੇ ਬਾਰੇ ਖਬਰਾਂ ਆ ਰਹੀਆਂ ਤੁਸੀਂ ਆਜ਼ਾਦ ਲੜੋਗੇ। ਜਦੋਂ ਪੋਲੀਟੀਕਲ ਬੰਦਿਆਂ ਦੇ ਨਾਲ ਬੈਠ ਕੇ ਸੈਲੀਬ੍ਰਿਟੀ ਰਾਜਨੀਤਿਕ ਉਡਾਰੀ ਮਾਰਦਾ, ਫਿਰ ਕੋਈ ਨਾ ਕੋਈ ਪੰਗਾ ਪੈਂਦਾ ਇੱਦਾਂ ਦਾ। ਦੇਖੋ ਪਾਰਟੀਆਂ ਲਾਲਚ ਕਰਨ ਲੱਗ ਪਈਆਂ। ਇਹਨਾਂ ਨੂੰ ਕਿਤੇ ਨਾ ਕਿਤੇ ਐਂ ਲੱਗਦਾ ਕਿ ਇਸ ਬੰਦੇ ਦੀ ਫੈਨ ਫੋਲੋਇੰਗ ਬਹੁਤ ਹੈ, ਇਹਨੂੰ ਚੱਕ ਲਈਏ। ਅਤੇ ਫਿਰ ਹਾਲਤ ਤਾਂ ਫਿਰ ਉਹੀ ਹੋਣਾ ਜੋ ਗੁਰਦਾਸਪੁਰ 'ਚ ਸਨੀ ਦਿਓਲ ਦੇ ਪੋਸਟਰ ਲਾ ਕੇ ਲੱਭੀ ਜਾਂਦੇ ਆ। ਇਹੀ ਹਾਲ ਉਹਨਾਂ ਹਲਕਿਆਂ 'ਚ ਹੋਣਾ ਜੇ ਲੋਕ ਇਹਨਾਂ ਸੈਲੀਬ੍ਰਿਟੀਜ਼ ਦੇ ਮਗਰ ਲੱਗ ਕੇ ਇਹਨਾਂ ਨੂੰ ਵੋਟਾਂ ਪਾਉਣਗੇ। ਔਰ ਇਹ ਉਹਨਾਂ ਦੇ ਵੀ ਵੱਸ ਦੀ ਗੱਲ ਨਹੀਂ। ਉਹਨਾਂ ਨੂੰ ਵੀ ਡਰ ਲੱਗਣ ਲੱਗ ਪੈਂਦਾ ਵੀ ਇਹ ਅਸੀਂ ਤਾਂ ਯੂਜ਼ ਟੂ ਹੋਏ ਵੇ ਹਾਂ, ਜੋ ਸਵੇਰੇ ਨਿਕਲ ਗਏ ਰਾਤ ਤੱਕ ਬੜੇ, ਸਾਡੇ ਪਰਿਵਾਰ ਵੀ ਯੂਜ਼ ਟੂ ਹੋਏ ਵੇ ਆ। ਸਾਡੇ ਬੱਚਿਆਂ ਨੇ ਕਈ ਵਾਰੀ ਸ਼ੋਪਿੰਗ ਕਰਨ ਜਾਂ ਕੋਈ ਸਮਾਨ ਲੈਣ ਜਾਂ ਉਹਨਾਂ ਦਾ ਮਨ ਹੋਵੇ ਫਿਲਮ ਦੇਖਣ ਦਾ,
ਤੇ ਉਧਰੋਂ ਮੈਨੂੰ ਭੋਗ ਹੋਵੇ ਕਿਸੇ ਦਾ ਤੇ ਮੈਂ ਉਹਨਾਂ ਨੂੰ ਛੱਡ ਦਿੰਦਾ। ਮੇਰੇ ਜਵਾਕ ਜਾਂ ਮੇਰੀ ਘਰ ਵਾਲੀ ਤਿਆਰ ਹੋਈ ਹੁੰਦੀ ਆਪਦੇ ਕਿਸੇ ਰਿਸ਼ਤੇਦਾਰ ਦੇ ਵਿਆਹ 'ਚ, ਮੈਂ ਕਹਿੰਦਾ ਨਾ ਨਾ ਬਾਈ, ਸਾਡੇ ਤਾਂ ਸਰਪੰਚ ਦੀ ਕੁੜੀ ਦਾ ਵਿਆਹ, ਤੁਸੀਂ ਚਲੋ ਡਰਾਈਵਰ ਲੈ ਕੇ, ਮੈਂ ਤਾਂ ਉੱਧਰ ਜਾਣਾ। ਸੋ ਸਾਡੇ ਪਰਿਵਾਰ ਯੂਜ਼ ਟੂ ਹੋ ਗਏ ਵੀ ਇਹਨਾਂ ਨੇ ਤਾਂ ਆਹ ਕੁਛ ਕਰਨਾ। ਇਹ ਲੋਕ ਯੂਜ਼ ਟੂ ਨਹੀਂ ਹੈਗੇ। ਦੇ ਆਰ ਵੈਰੀ ਕੰਫਰਟੇਬਲ ਇਨ ਦੇਅਰ ਵਰਕ ਐਂਡ ਇਨ ਦੇਅਰ ਰੈਸਟ ਫੇਸ। ਸੋ ਇਹ ਜਾਂ ਤਾਂ ਕੰਮ ਕਰਦੇ ਆ, ਜਾਂ ਐਕਸਰਸਾਈਜ਼ ਕਰਦੇ, ਜਾਂ ਰੈਸਟ ਕਰਦੇ ਆ। ਹੋਰ ਇਹ ਲੋਕਾਂ ਨੂੰ ਮਿਲਣ ਵਰਤਣ ਦਾ ਇਹਨਾਂ ਦੇ ਕੋਲੇ ਟਾਈਮ ਵੀ ਹੈ ਨਹੀਂ। ਔਰ ਇੱਕ ਚੀਜ਼ ਹੋਰ ਹੈ, ਇਹਨਾਂ ਦੇ ਮਨ 'ਚ ਐਂ ਹੁੰਦਾ ਵੀ ਜੇ ਲੋਕਾਂ ਨੂੰ ਮਿਲਣ ਲੱਗ ਪਏ ਫਿਰ ਤਾਂ ਬੰਦਾ ਕਾਮਨ ਹੋ ਜਾਂਦਾ। ਅੱਜ ਹਰਜੋਤ ਕਮਲ ਨੂੰ ਤਾਂ ਜਿਹੜਾ ਮਰਜ਼ੀ ਜੱਫੀ ਪਾ ਸਕਦਾ। ਅੱਜ ਮੂਸੇ ਵਾਲੀ ਨੂੰ, ਜਾਂ ਜਿਹੜੇ ਸਾਡੇ ਉਦੋਂ ਵੀ ਵੱਡੇ, ਤੁਸੀਂ ਸੋਨੂੰ ਸੂਦ ਹੈ, ਉਹ ਕਿਤੇ ਐਂ ਬਾਜ਼ਾਰ 'ਚੋਂ ਤੁਰਿਆ ਜਾਂਦਾ ਲੰਘ ਕੇ ਜੱਫੀਆਂ ਪਾਉਂਦਾ ਫਿਰਦਾ। ਹੁਣ ਜ਼ਰੂਰ ਪਾਊਗਾ ਕਿਉਂਕਿ ਹੁਣ ਚੋਣ ਲੜਨੀ ਹੈ ਨਾ, ਹੁਣ ਆਜੂ। ਸਨੀ ਦਿਓਲ ਜੀ ਵੀ ਦੇਖਿਆ ਸੀ ਤੁਸੀਂ, ਕਾਰ ਦੇ ਉੱਤੋਂ ਹੀ ਬਾਏ ਬਾਏ ਹੁੰਦੀ ਸੀ। ਇਹ 4 ਦਿਨ ਜੇ ਫਿਰ ਵੀ ਲੈਣਗੇ ਤਾਂ 4 ਦਿਨ ਵੋਟਾਂ ਮੰਗਣ ਲਈ ਫਿਰ ਲੈਣਗੇ, ਉਸ ਤੋਂ ਬਾਅਦ ਇਹ ਫਿਰ ਨਹੀਂ ਲੱਭਣੇ। ਪਰ ਪਾਰਟੀਆਂ ਨੂੰ ਚਾਹੀਦਾ ਕਿ ਉਹ ਜਿਹੜੇ ਬੰਦੇ ਜਿਹੜੇ ਲੋਕਾਂ ਦੇ ਵਿੱਚ ਵਿਚਰਦੇ ਆ, ਲੋਕ ਵੀ ਉਹਨਾਂ ਨੂੰ ਪਸੰਦ ਕਰਨ। ਇਹਨਾਂ ਨੂੰ ਜੇ ਨਕਾਰ ਦੇਣ ਇੱਕ ਵਾਰੀ ਤਾਂ ਪਾਰਟੀਆਂ ਆਪੇ ਹੀ ਪਾਸੇ ਹੋ ਜਾਣ। ਤੁਸੀਂ ਇਹ ਗੱਲ ਕਹੀ ਕਿ ਮੈਂ ਆਜ਼ਾਦ ਵੀ ਲੜ ਸਕਦਾ, ਪਹਿਲੀ ਤੁਹਾਡੀ ਖਬਰ ਇਹ ਆਈ, ਤੁਹਾਨੂੰ ਮੁੱਖ ਮੰਤਰੀ ਸਾਹਿਬ ਨੇ ਬੁਲਾ ਲਿਆ। ਮੇਰੇ ਮਨ ਦੇ ਵਿੱਚ ਸਵਾਲ ਪਤਾ ਕੀ ਆਇਆ, ਮੈਂ ਕਿਹਾ ਤੁਸੀਂ ਜਦੋਂ ਜਾਓਗੇ ਤੁਹਾਨੂੰ ਚੰਨੀ ਸਾਹਿਬ ਕਹਿਣਗੇ ਵੀ ਯਾਰ ਕਿਆ ਗੱਲ ਕਰਦੇ ਹੋ, ਮੈਂ ਤਾਂ ਆਪ ਪਹਿਲੀ ਵਾਰੀ ਆਜ਼ਾਦ ਜਿੱਤਿਆ ਸੀ। ਮੈਂ ਇਹ ਗੱਲ ਉਹਨਾਂ ਨੇ ਤਾਂ ਨਹੀਂ ਕਹੀ, ਮੈਂ ਉਹਨਾਂ ਨੂੰ ਕਹੀ। ਮੈਨੂੰ ਕਹਿੰਦੇ ਯਾਰ ਇਸ ਹਿਸਾਬ ਨਾਲ ਤਾਂ ਫਿਰ ਮੋਗੇ ਤੋਂ ਆਪਣੀ ਸੀਟ ਹੀ ਖਰਾਬ ਹੋ ਜਾਣੀ। ਮੈਂ ਕਿਹਾ ਵੀ ਇਹ ਤਾਂ ਤੁਸੀਂ ਪਹਿਲੀ ਵਾਰੀ ਸੋਚਣਾ। ਨਹੀਂ ਯਾਰ ਐ ਨਹੀਂ, ਆਪਾਂ ਰਲ ਕੇ। ਮੈਂ ਕਿਹਾ ਜੀ ਉਦੋਂ ਵੀ ਤੁਸੀਂ ਸੋਚਣਾ ਸੀ ਜਦੋਂ ਤੁਸੀਂ ਵੀ ਤਾਂ ਇੱਕ ਵਾਰੀ ਪਾਰਟੀ ਨੇ ਟਿਕਟ ਨਹੀਂ ਦਿੱਤੀ, ਆਜ਼ਾਦ ਹੀ ਲੜ ਕੇ ਜਿੱਤੇ ਸੀ। ਔਰ ਜੇ ਮੈਂ 10 ਕੌਂਸਲਰ ਜਿਤਾ ਸਕਦਾ ਉੱਥੋਂ ਆਜ਼ਾਦ ਖੜਾ ਕੇ, ਤੇ ਫਿਰ ਕੌਂਸਲਰ ਮੈਨੂੰ ਵੀ ਤਾਂ ਆਜ਼ਾਦ ਖੜਾ ਕੇ ਜਿਤਾ ਹੀ ਲੈਣਗੇ। ਤੇ ਕਹਿੰਦੇ ਯਾਰ ਇਸ ਤਰ੍ਹਾਂ ਤਾਂ ਫਿਰ ਆਪਾਂ ਮੋਗਿਓਂ ਨੁਕਸਾਨ ਹੋ ਜੂ। ਮੈਂ ਕਿਹਾ ਜੀ ਨੁਕਸਾਨ ਤਾਂ ਹੁਣ ਹੋਊਗਾ, ਜੇ ਹਾਰ ਪਾ ਕੇ ਤਾਂ ਮੈਂ ਕਿਹਾ ਫਿਰ ITI 'ਚੋਂ ਹਰਜੋਤ ਕਮਲ ਹੀ ਨਿਕਲੂਗਾ। ਤੇ ਫਿਰ ਮੈਨੂੰ ਕਹਿੰਦੇ ਤੂੰ ਹੋਰ ਲੈ ਲਾ ਜਗ੍ਹਾ, ਤੈਨੂੰ ਹੋਰ ਦੇ ਦਿੰਦੇ ਆ। ਮੈਂ ਕਿਹਾ ਤੁਹਾਡੀ ਐਡੀ ਕੀ ਮਜਬੂਰੀ ਆ, ਉਹ ਸਟਾਰ ਹੈਗਾ ਉਹਨੂੰ ਹੋਰ ਦੇ ਦਿਓ। ਫਿਰ ਉਹ ਕਹਿੰਦੇ ਕੋਈ ਨਾ, ਅਜੇ ਕਿਹੜਾ ਆਪਾਂ ਟਿਕਟ ਐਲਾਨ ਕਰ ਦਿੱਤੀ ਆ, ਆਪਾਂ ਲੜਦੇ ਹੈਗੇ ਆ। ਮੈਨੂੰ ਹੁਣ ਉਹਨਾਂ ਨੇ ਕਿਹਾ ਵੀ ਤੂੰ ਸਵੇਰੇ ਆਪਾਂ ਮਿਲਦੇ ਹਾਂ ਹਰੀਸ਼ ਚੌਧਰੀ ਜੀ ਨੂੰ, ਦਿੱਲੀ ਜਾਣਾ ਪਿਆ ਆਪਾਂ ਦਿੱਲੀ ਵੀ ਚੱਲਾਂਗੇ, ਆਪਾਂ ਉਹ ਪੈਰਵਾਈ ਕਰਦੇ ਹਾਂ, ਆਪਾਂ ਉਹਨਾਂ ਨੂੰ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਕਿਤੇ ਹੋਰ ਭੇਜ ਦਿੰਦੇ, ਹੋਰ ਐਡਜਸਟ ਕਰ ਦਿੰਦੇ, ਤੈਨੂੰ ਕੋਈ ਗੱਲ ਨਹੀਂ। ਹੁਣ ਇੱਦਾਂ ਆ, ਮੈਂ ਉਹਨਾਂ ਨੂੰ, ਇਹ ਮੇਰਾ ਵਧੀਆ ਸੁਝਾਅ ਸੀਗਾ, ਮਾੜਾ ਤਾਂ ਹੈ ਨਹੀਂ। ਮੈਂ ਉਹਨਾਂ ਨੂੰ ਕਿਹਾ ਵੀ ਇੱਦਾਂ ਦੀਆਂ ਸੀਟਾਂ ਹੈਗੀਆਂ। ਮੈਨੂੰ ਚੰਨੀ ਸਾਹਿਬ ਨੇ ਕੁਛ ਦੇਰ ਪਹਿਲਾਂ ਜਦੋਂ ਮੇਰੇ ਘਰੇ ਚੱਲੇ ਸੀਗੇ, ਮੋਗੇ ਆਏ ਸੀ, ਔਰ ਅੱਜ ਵੀ ਮੈਨੂੰ ਕਹਿੰਦੇ ਮੇਰਾ ਤੇਰੇ ਨਾਲ ਇੰਨਾ ਪਿਆਰ ਆ ਵੀ ਮੈਂ ਦੱਸ ਅੱਜ ਤਾਈਂ ਕਦੀ ਘੰਟਾ ਰੁਕਦਾ ਰੈਲੀਆਂ ਲਈ, ਤੇਰੇ ਕੋਲੇ ਮੈਂ ਰਾਤ ਰਹਿ ਕੇ ਆਇਆ, ਤੇਰੇ ਘਰੇ ਵੀ ਜਾ ਕੇ ਆਇਆ, ਹੋਰ ਕਿੰਨਿਆਂ ਕਦੇ ਮੈਂ ਜਾਣਾ। ਅਤੇ ਮੈਂ ਕਿਹਾ ਵੀ ਤੁਸੀਂ ਘਰੇ ਜਾਂਦਿਆਂ ਨੇ ਯਾਦ ਕਰੋ ਮੈਨੂੰ ਇੱਕ ਗੱਲ ਕਹੀ ਸੀ ਵੀ ਤੂੰ ਇਹਦੇ ਤੋਂ ਨਾ ਡਰੀ। ਮੈਂ ਕਿਹਾ ਜੀ ਇਹਦੇ ਕਿਹਦੇ ਤੋਂ? ਆਹ ਸੋਨੂੰ ਸੂਦ ਤੋਂ। ਕਹਿੰਦੇ ਮੈਂ ਜੇ ਇਹਨੂੰ ਸ਼ਾਮਲ ਨਹੀਂ, ਅੱਬਲ ਤਾਂ ਇਹਨੇ ਪਤਾ ਨਹੀਂ ਕਿੱਥੇ ਜਾਣਾ, ਜੇ ਇਹ ਸ਼ਾਮਲ ਹੋਇਆ ਵੀ ਅਤੇ ਆਪਾਂ ਇਹਨੂੰ ਫਿਰ ਕਰਾਵਾਂਗੇ, ਲੁਧਿਆਣਿਓਂ ਲੜਾਵਾਂਗੇ ਬੈਂਸਾਂ ਦੇ ਵਿਰੁੱਧ। ਸੋ ਮੈਂ ਅੱਜ ਵੀ ਕਿਹਾ, ਮੈਂ ਕਿਹਾ ਐਡਾ ਵੱਡਾ ਸੈਲੀਬ੍ਰਿਟੀ ਆ ਅਤੇ ਮੋਗੇ ਵਾਲੀ ਸੀਟ ਤਾਂ ਮੇਰੀ ਜਿੱਤੀ ਵੀ ਹੈ, ਇਹਨਾਂ ਨੂੰ ਫਿਰ ਤੁਸੀਂ ਲੜਾਓ ਨਾ, ਉੱਥੋਂ ਭਗਵੰਤ ਮਾਨ ਜੀ ਦੇ ਵਿਰੁੱਧ ਲੜਾਓ, ਸੁਖਬੀਰ ਬਾਦਲ ਜੀ ਦੇ ਵਿਰੁੱਧ ਲੜਾਓ, ਮਜੀਠੀਏ ਦੇ ਵਿਰੁੱਧ ਲੜਾਓ, ਬੈਂਸਾਂ ਦੇ ਵਿਰੁੱਧ ਲੜਾਓ। ਜਿੱਡੇ ਐਡਾ ਵੱਡਾ ਸਟਾਰ ਆ ਤਾਂ ਉੱਡੇ ਵੱਡੇ ਬੰਦਿਆਂ ਦੇ ਨਾਲ। ਪਰ ਤੁਹਾਡੇ ਮਨ ਦੇ ਵਿੱਚ ਇਹ ਗੱਲ ਨਹੀਂ ਆਉਂਦੀ ਵੀ ਡਾਕਟਰ ਹਰਜੋਤ ਕਮਲ ਵਧੀਆ ਪ੍ਰੈਕਟਿਸ ਕਰਦੇ ਸੀ, ਡਾਕਟਰੀ ਕਰਦੇ ਸੀ, ਟੀਕਾ ਲਾਉਂਦੇ ਸੀ, ਵਧੀਆ ਜ਼ਿੰਦਗੀ ਚੱਲਦੀ ਸੀ, ਆਹ ਕਾਂਗਰਸੀ ਟੀਕਾ ਲਾ ਗਏ? ਦੇਖੋ ਇਹ ਪ੍ਰੋਫੈਸ਼ਨ ਮੈਂ ਸ਼ੌਕ ਨਾਲ ਚੁਣਿਆ ਅਤੇ ਇਹਦੇ 'ਚ ਕੋਈ ਮੈਨੂੰ ਜ਼ਬਰਦਸਤੀ ਤਾਂ ਲੈ ਕੇ ਨਹੀਂ ਆਇਆ। ਸੋ ਮੈਂ ਟੀਕਿਆਂ ਤੋਂ ਨਿਕਲ ਗਿਆ ਸੀ ਪਹਿਲਾਂ ਹੀ। ਮੇਰੇ ਕਾਲਜਿਸ ਹੈਗੇ ਨੇ, ਸੋ ਮੈਂ ਐਜੂਕੇਸ਼ਨ ਸਾਈਡ 'ਤੇ ਆ ਗਿਆ ਸੀਗਾ। ਆਪ ਵੀ ਮੈਂ MBA ਕਰ ਲਈ ਅਤੇ ਮੈਂ ਐਜੂਕੇਸ਼ਨ ਇੰਸਟੀਚਿਊਟਸ ਜਿਹੜੇ ਸੀ ਉੱਧਰਲੇ ਪਾਸੇ ਨੂੰ ਮੇਰਾ ਜ਼ਿਆਦਾ ਧਿਆਨ ਹੋ ਗਿਆ ਸੀ। ਸੋ ਉਸ ਤੋਂ ਬਾਅਦ ਜਦੋਂ ਕੁਲਜੀਤ ਨਾਗਰਾ ਜੀ ਨੇ ਯੂਥ ਕਾਂਗਰਸ ਜੁਆਇਨ ਕਰਾਈ, ਫਿਰ ਹੌਲੀ ਹੌਲੀ ਲੱਗੇ ਰਹੇ ਔਰ ਇੱਧਰ ਨੂੰ ਆ ਗਏ। ਇਹ ਅਸਲ ਦੇ ਵਿੱਚ ਮੈਂ ਸਮਝਦਾ ਕਿ ਇਹ ਸਾਰਾ ਕੁਛ ਤੁਹਾਡੀ ਡੈਸਟੀਨੀ ਹੁੰਦੀ ਹੈ, ਪਹਿਲਾਂ ਹੀ ਭਾਗਾਂ 'ਚ ਲਿਖਿਆ ਹੁੰਦਾ ਤੁਸੀਂ ਕਿੱਧਰ ਨੂੰ ਜਾਣਾ। ਸੋ ਇਹ ਲਾਈਨ ਜਿਹੜੀਆਂ ਹੈਗੀਆਂ ਕਈ ਵਾਰੀ ਚੂਜ਼ ਤੁਸੀਂ ਕਰ ਲੈਂਦੇ ਆ, ਪਰ ਤੁਹਾਡੇ ਕਰਮਾਂ 'ਚ ਕਿਤੇ ਨਾ ਕਿਤੇ ਲਿਖਿਆ ਹੁੰਦਾ, ਨਹੀਂ ਤਾਂ ਅਦਰਵਾਈਜ਼ ਇੱਕ ਟਾਂਡੇ ਉੜਮੜ ਤੋਂ ਦੁਆਬੇ ਤੋਂ ਜੰਮਿਆ ਵਿਆ ਮੁੰਡਾ ਉੱਥੇ ਪੜ੍ਹਨ ਗਿਆ ਹੋਵੇ 85 ਦੇ ਵਿੱਚ ਅਤੇ ਉੱਥੇ ਹੀ ਸੈਟਲ ਹੋ ਜੇ, ਉੱਥੇ ਹੀ ਵਿਆਹ ਹੋ ਜੇ,
ਉੱਥੋਂ ਹੀ ਮੁੜ ਕੇ MLA ਬਣ ਜੇ। ਇਹ ਮੁਕੱਦਰਾਂ ਦੇ ਸੌਦੇ ਆ। ਮੈਂ ਜਦੋਂ MLA ਜਿੱਤਿਆ ਤੇ ਸਰਦਾਰ ਸੰਗਤ ਸਿੰਘ ਗਿੱਲ ਜੀ ਉਹਨਾਂ ਦਾ ਟਾਂਡਿਓ ਫੋਨ ਆਇਆ ਤੇ ਮੈਨੂੰ ਵਧਾਈ ਦਿੱਤੀ। ਮੈਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਜ਼ਿਆਦਾ, ਤੁਸੀਂ ਤੀਜੀ ਵਾਰੀ ਬਣੇ। ਉਹ ਕਹਿੰਦੇ ਯਾਰ ਮੈਂ ਤਾਂ ਤੀਜੀ ਵਾਰੀ ਬਣਿਆ, ਤੂੰ ਤੀਜੇ ਜ਼ਿਲ੍ਹੇ 'ਚੋਂ ਜਾ ਕੇ ਬਣਿਆ, ਤੇਰੀ ਜ਼ਿਆਦਾ ਵੱਡੀ ਚੀਜ਼ ਆ। ਸੋ ਇਹ ਮੈਂ ਸਮਝਦਾ ਕਿ ਇਹ ਡੈਸਟੀਨੀ ਹੈ। ਅਤੇ ਮੈਂ ਮੋਗੇ ਦੇ ਲੋਕਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ। ਮੈਨੂੰ ਇੰਨਾ ਪਿਆਰ ਦਿੰਦੇ ਹੈਗੇ ਆ, ਔਰ ਮੈਨੂੰ ਪਹਿਲਾਂ ਹਾਇਰ ਐਜੂਕੇਸ਼ਨ ਦਿੱਤੀ। ਉਦੋਂ ਬਾਅਦ ਮੇਰੀ ਮੈਰਿਜ ਉੱਥੇ ਹੋਈ ਹੈ, ਔਰ ਉਦੋਂ ਬਾਅਦ ਉਹਨਾਂ ਨੇ ਮੇਰੇ 'ਤੇ ਇੰਨਾ ਭਰੋਸਾ ਕੀਤਾ ਕਿ ਉਹ 2 ਲੱਖ ਲੋਕਾਂ ਦਾ ਮੈਨੂੰ ਨੁਮਾਇੰਦਾ ਚੁਣਿਆ। ਔਰ ਮੈਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਮਲਾਲ ਜ਼ਰੂਰ ਹੈ ਕਿ ਉਹ ਲੋਕ ਜਿਨ੍ਹਾਂ ਵਾਸਤੇ ਮੈਂ ਬਿਲਕੁਲ ਅਣਜਾਣ ਸੀ, ਉਹਨਾਂ ਲੋਕਾਂ ਨੇ ਮੈਨੂੰ ਆਪਣੇ ਹਲਕੇ ਦੀ ਬਾਗਡੋਰ ਸਾਂਭਤੀ। ਅਤੇ ਜਿਸ ਪਾਰਟੀ ਦੇ ਵਾਸਤੇ ਮੈਂ ਇੰਨਾ ਕੰਮ ਕੀਤਾ ਸੀ, ਉਹ ਮੇਰੇ ਹੱਥੋਂ ਖੋਹਣ ਪੈ ਗਈ ਅਤੇ ਮੈਨੂੰ ਹੀ ਵੱਢਣ ਪੈ ਗਈ। ਦਿਲ ਰੋਂਦਾ? ਦੁੱਖ ਹੈਗਾ, ਦੁੱਖ ਹੈਗਾ। ਕੱਲ੍ਹ ਤਾਂ ਮੈਂ ਕੈਮਰੇ ਮੂਹਰੇ ਰੋ ਵੀ ਪਿਆ ਸੀ। ਅੱਜ ਮੈਂ ਪੂਰੇ ਤਕੜੇ ਹੋ ਕੇ ਆਏ? ਮੈਂ ਤਕੜੇ 'ਚ। ਹੁਣ ਮੇਰੇ ਸਾਥੀ ਸਾਰੇ ਕਹਿੰਦੇ ਯਾਰ ਲੜਨਾ ਆ, ਆਪਾਂ ਰੋ ਕੇ ਥੋੜ੍ਹੀ ਲੜਨਾ। ਦੂਜੀ ਗੱਲ ਇੱਕ ਹੋਰ ਦੱਸਾਂ, ਤੁਮ ਇਤਨਾ ਜੋ ਮੁਸਕਰਾ ਰਹੇ ਹੋ ਕਿਆ ਗਮ ਹੈ ਜਿਸ ਕੋ ਛੁਪਾ ਰਹੇ ਹੋ, ਉਹ ਵੀ ਕਿਤੇ ਨਾ ਕਿਤੇ ਗੱਲ ਨਾਲ ਆ। ਇਹਦਾ ਮਤਲਬ ਤੈਅ ਆ ਵੀ ਮੈਦਾਨ ਦੇ ਵਿੱਚ ਰਹੋਗੇ, ਮੋਗੇ ਤੋਂ ਹੀ ਰਹੋਗੇ, ਮੁਕਾਬਲਾ ਕਰੋਗੇ? ਮੋਗਾ ਮੇਰੀ ਜਨਮ ਭੂਮੀ ਨਹੀਂ, ਪਰ ਮੇਰੀ ਕਰਮ ਭੂਮੀ ਹੈ। ਔਰ ਮੈਂ ਆਪਦੇ ਉਹ ਲੋਕ ਜਿਹੜੇ ਮੇਰੇ ਨਾਲ ਜੁੜੇ ਹੋਏ ਆ, ਪਿਛਲੇ 10 ਸਾਲ ਪਹਿਲਾਂ ਔਰ 5 ਸਾਲ ਉਹ ਲੋਕਾਂ ਨੇ ਮੇਰੇ 'ਤੇ ਭਰੋਸਾ ਕੀਤਾ। ਮੇਰੇ ਖਾਤਰ ਮੇਰੇ ਨਾਲ, ਮੇਰੀ ਪਾਰਟੀ ਦੇ ਨਾਲ ਰਲ ਕੇ ਵਿਰੋਧੀਆਂ ਦੇ ਨਾਲ ਲੜਾਈ ਲੜੀ। ਅਕਾਲੀ ਦਲ ਦੀ ਸਰਕਾਰ ਸੀ। ਮੇਰਾ ਇੱਕ ਕੌਂਸਲਰ ਜਸਪ੍ਰੀਤ ਹੈ, ਉਹ ਕੱਲ੍ਹ ਹੀ ਅੱਜ ਹੀ ਚੰਨੀ ਸਾਹਿਬ ਨੂੰ ਕਹਿੰਦਾ ਸੀ ਮੇਰੇ 'ਤੇ 16 ਪਰਚੇ ਕਰਾਏ ਆ ਜਿੱਥੇ ਅਕਾਲੀਆਂ ਨੇ। ਸੋ ਮੇਰੇ ਸਰਪੰਚਾਂ 'ਤੇ ਪਰਚੇ ਹੋਏ ਆ। ਇੰਨਾ ਅਸੀਂ ਉਹਨਾਂ ਦਾ ਤਸ਼ੱਦਦ ਸਹਿ ਕੇ ਉਹ ਬੰਦਿਆਂ ਨੇ ਮੈਂ ਉਹਨਾਂ ਨੂੰ ਪਾਰਟੀ ਨਾਲ ਜੋੜੀ ਰੱਖਿਆ। ਮੈਂ ਪਾਰਟੀ ਉੱਥੇ ਖੜੀ ਕੀਤੀ ਹੈ। ਉਹ ਲੋਕ ਮੇਰੇ ਭਰੋਸੇ ਮੇਰੇ ਨਾਲ ਲੱਗ ਕੇ ਆਪਦਾ ਕੰਫਰਟ, ਆਪਦਾ ਘਰ-ਬਾਰ ਛੱਡ ਕੇ ਪਾਰਟੀ ਦਾ ਝੰਡਾ ਚੱਕ ਕੇ ਲੜਦੇ ਰਹੇ ਆ। ਅੱਜ ਮੈਂ ਉਹਨਾਂ ਨੂੰ ਕਿਹਦੇ ਨਾਲ ਜੋੜ ਕੇ ਕਿਹਦੇ ਹਵਾਲੇ ਛੱਡ ਕੇ ਤੁਰ ਜਾਵਾਂ। ਸੋ ਉਹ ਅੱਜ ਵੀ ਮੇਰੇ ਸਰਪੰਚ ਕਹੀ ਜਾਂਦੇ ਸੀਗੇ। ਔਰਤਾਂ ਦਾ ਮੈਂ ਬਹੁਤ ਸਤਿਕਾਰ ਕਰਦਾ। ਮੇਰੀ ਵਾਈਫ ਵੀ ਡਾਕਟਰ ਆ, ਉਹ ਪ੍ਰੈਕਟਿਸ ਕਰਦੇ ਰਹੇ ਆ, ਔਰ ਹੁਣ ਵੀ ਬੜਾ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਆ। ਪਰ ਉਹ ਮੇਰੇ ਸਰਪੰਚ ਵਿਚਾਰੇ ਔਖੇ ਹੋਏ ਪਏ ਸੀਗੇ ਵੀ ਤੂੰ ਛੱਡ ਕੇ ਚੱਲ ਗਿਆ ਅਤੇ ਅਸੀਂ ਕਿੱਥੋਂ ਬੀਬੀ ਨੂੰ ਅੱਧੀ ਰਾਤ ਨੂੰ ਉਠਾ ਲਿਆ ਕਰਾਂਗੇ। ਜਿਹੜੀ ਆਮ ਆਦਮੀ ਪਾਰਟੀ 'ਚੋਂ ਵੀ ਉਹਨਾਂ ਨੇ ਸਾਡੇ ਇੱਕ ਮਹਿਲਾ ਹੀ ਹੈਗੀ, ਉਹਨੂੰ ਟਿਕਟ ਦਿੱਤੀ ਹੈ। ਇੱਧਰੋਂ ਵੀ ਕਾਂਗਰਸ ਨੇ ਵੀ ਉਹਨਾਂ ਨੂੰ ਜੁਆਇਨ ਕਰਾਇਆ। ਸੋ ਉਹ ਇਹੀ ਪ੍ਰਚਾਰ ਕਰ ਰਹੇ ਕਿ ਸਾਨੂੰ ਟਿਕਟ ਦੇ। ਸੁਣਦੇ ਹੋ ਦੁਰਗਾ ਰੰਗੀਲਾ ਵੀ ਸੁਣਦੇ ਹੋ? ਅੱਜ ਕੱਲ੍ਹ ਸਾਡੀ ਪਿੱਠ 'ਤੇ ਜਿੰਨੇ ਵਾਰ ਹੋਏ ਸਭ ਕੀਤੇ ਜਿਗਰੀ ਯਾਰਾਂ ਨੇ। ਮੇਰਾ ਸ਼ੌਕ ਹੈਗਾ, ਮੈਂ ਪੰਜਾਬੀ ਨੂੰ ਬਹੁਤ ਪਿਆਰ ਕਰਦਾ, ਔਰ ਮੈਂ ਪੰਜਾਬੀ ਗਾਣੇ ਅਕਸਰ ਸੁਣਦਾ। ਸੋ ਇਹ ਜਿਹੜੇ ਤੁਸੀਂ ਗਾਣਿਆਂ ਦੀ ਗੱਲ ਕਰਦੇ ਹੋ, ਇਹ ਜਿਵੇਂ ਜਿਵੇਂ ਬੰਦੇ ਨਾਲ ਕੋਈ ਹਾਦਸੇ ਵਾਪਰਦੇ ਆ ਤਾਂ ਉਹਦੇ ਨਾਲ ਰਿਲੇਟਡ ਉਵੇਂ ਉਹ ਚੀਜ਼ਾਂ ਚੰਗੀਆਂ ਲੱਗਦੀਆਂ। ਅਤੇ ਅੱਜ ਮੇਰਾ ਇੱਕ ਸਾਥੀ ਮੈਨੂੰ ਸਵੇਰੇ ਕਹਿੰਦਾ, ਉਹ ਗਾਣਾ ਉਹਨੇ ਪਤਾ ਨਹੀਂ ਕਿਹੜਾ ਸੀਗਾ ਕਿ ਫਾਰਚੂਨਰ 'ਚੋਂ ਚੱਕਣ ਨੂੰ ਫਿਰਦੇ ਨੇ, ਉਹ ਕਹਿੰਦਾ ਇੱਦਾਂ ਕਿੱਦਾਂ ਚੱਕ ਲੈਣਗੇ। ਦੂਆ ਮੈਨੂੰ ਕਰੀ ਜਾਵੇ ਕਿ ਪਤਾ ਨਹੀਂ ਦੇਖੀ ਜਾਊ, ਇੱਦਾਂ ਦੇ ਕੋਈ ਗਾਣੇ ਗਾਈ ਜਾਂਦੇ ਸੀ। ਚਲੋ ਇਹ ਸਾਰੇ ਇਵੇਂ ਹੀ ਚੱਲਦਾ, ਇਟਸ ਪਾਰਟ ਆਫ ਲਾਈਫ ਹੈਗਾ। ਬਟ ਮੈਨੂੰ ਇਸ ਗੱਲ ਦਾ ਮਾਣ ਹੈ, ਮੇਰੇ ਮੋਗੇ ਦੇ ਲੋਕ ਮੈਨੂੰ ਪਿਆਰ ਕਰਦੇ ਆ, ਔਰ ਮੈਨੂੰ ਉਹਨਾਂ ਨੇ ਬੜਾ ਹੌਸਲਾ ਦਿੱਤਾ। ਮੈਂ ਪਾਰਟੀ ਤੋਂ ਮਾਯੂਸ ਹਾਂ, ਦੁੱਖ ਹੈ ਮੈਨੂੰ ਇਸ ਗੱਲ ਦਾ। ਔਰ ਮੈਂ ਇਸ ਗੱਲ ਦੇ ਨਾਲ ਮੈਨੂੰ ਇੱਕ ਚੀਜ਼ ਦਾ ਇਸ ਗੱਲ ਦਾ ਵੀ ਦੁੱਖ ਹੈ ਕਿ ਅਸੀਂ ਉਸ ਕਾਂਗਰਸ ਪਾਰਟੀ ਨੂੰ ਹਿੰਦੁਸਤਾਨ 'ਤੇ ਰਾਜ ਕਰਦੀ ਤੋਂ 2-3 ਸੂਬਿਆਂ 'ਤੇ ਸਮੇਟ ਕੇ ਲੈ, ਪਰ ਜਿਹੜੇ ਹੁਣ ਲੱਛਣ ਚੱਲੀ ਜਾਂਦੇ ਅਸੀਂ ਇੱਥੋਂ ਵੀ ਉਡਾ ਲੈਣੀ ਹੈ ਜੇ ਆਹੀ ਹਾਲ ਰਹੇ। ਡਾਕਟਰ ਸਾਹਿਬ ਤੁਹਾਡਾ ਬਹੁਤ ਇਹਦੀ ਟਿਕਟ ਵੱਢ ਦਿਓ, ਇਹਨੂੰ ਦੱਬ ਦਿਓ। ਮੈਂ ਸੌਰੀ 1-2 ਮਿੰਟ ਹੀ ਹੋਰ ਲੈ ਲਾਂ। ਅਸੀਂ 12 ਦੇ ਵਿੱਚ ਇਹੀ ਕੁਛ ਕੀਤਾ ਸੀ, ਇੱਕ ਦੂਜੇ ਨੂੰ ਵੱਢਦੇ ਰਹੇ, ਉਹਨੂੰ ਹਰਾ ਲਓ, ਇਹਨੂੰ ਹਰਾ ਲਓ। ਸਾਡੀ ਬਣਦੀ ਸਰਕਾਰ ਚੱਲ ਗਈ।
17 ਦੇ ਵਿੱਚ ਸਾਰਿਆਂ ਨੇ ਇੱਕ ਦੂਜੇ ਦੀ ਮਦਦ ਕੀਤੀ ਵੀ ਇਹਨੂੰ ਵੀ ਜਿਤਾ ਲਈ, ਇਹਨੂੰ ਵੀ ਅਸੀਂ ਸਰਕਾਰ ਬਣਾ ਲਈ। ਅੱਜ ਅਸੀਂ ਫੇਰ ਇਸ ਗੱਲ ਤੇ ਹੋਏ ਹਾਂ, ਇੱਥੋਂ ਇਹਦੀ ਸਿਟਿੰਗ ਦੀ ਕੱਟ ਦਿਓ, ਮੈਂ 36 ਸਿਟਿੰਗ ਦੀਆਂ ਕੱਟ ਦੇਣੀਆਂ, ਮੈਂ ਫਲਾਨੇ ਦੀ ਕੱਟ ਦੇਣੀ। ਅਸੀਂ ਅੱਜ ਫਿਰ ਵੱਢਣ ਤੇ ਤੁਰ ਪਏ, ਤੇ ਜਦੋਂ ਇਦਾਂ ਵੱਢਣ ਤੇ ਤੁਰ ਪਈਏ ਫਿਰ ਆਪਦੇ ਘਰਦਿਆਂ ਨੂੰ ਜੇ ਵੱਢਣ ਲੱਗ ਪਈਏ ਤੇ ਫਿਰ ਉਹ ਫਸਲ ਹੁੰਦੀ ਨਹੀਂ। ਸੋ ਮੈਂ ਤੁਹਾਡੇ ਚੈਨਲ ਰਾਹੀਂ ਇਹ ਗੱਲ, ਤੁਸੀਂ ਇਲੈਕਸ਼ਨ ਦੇ ਸੰਬੰਧੀ ਅੱਜ ਸਾਰਾ ਪ੍ਰੋਗਰਾਮ ਰੱਖਿਆ, ਸੋ ਮੈਂ ਇਸ ਗੱਲ ਨੂੰ ਅਖੀਰ 'ਚ ਮੈਂ ਕਹੂੰਗਾ ਕਿ ਜਿਹੜਾ ਵੀ ਮੇਰੇ ਨਾਲ ਅੱਜ ਉਹਨਾਂ ਨੇ ਕੀਤਾ ਹੈਗਾ, ਇੱਦਾਂ ਹੀ ਬਹੁਤ ਹੋਰ 36 37 ਪਤਾ ਨਹੀਂ ਕਿੰਨਿਆਂ ਦੀ ਲਿਸਟ ਬਣਾਈ ਫਿਰਦੇ ਆ ਵੀ ਆਹ ਅਸੀਂ ਵੱਢ ਦੇਣੇ ਆ ਸਾਡੇ ਕੋਲ ਹੋਰ ਨਵੀਆਂ ਆਪਸ਼ਨਸ ਹੈ। ਤਾਂ ਮੈਂ ਇੱਕੋ ਹੀ ਗੱਲ ਕਹਿਣੀ ਚਾਹੁੰਦਾ ਕਿ ਇਫ ਯੂ ਹੈਵ ਆਪਸ਼ਨਸ, ਤਾਂ ਜਿਹੜੇ MLA ਦੀਆਂ ਟਿਕਟਾਂ ਕੱਟੂਗੇ ਦੇ ਆਲਸੋ ਹੈਵ ਸੋ ਮੈਨੀ ਆਪਸ਼ਨਸ। ਸੋ ਉਹਨਾਂ ਦੇ ਲੋਕ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਆ ਉਹ ਉਹਨਾਂ ਨੂੰ ਬਹਿਣ ਨਹੀਂ ਦੇਣਗੇ, ਸੋ ਉਹ ਲੜਨਗੇ, ਉਹ ਫਿਰ ਮੈਦਾਨ 'ਚੋਂ ਜਿੱਤਣ ਦੀ ਸੰਘਰਸ਼ ਕਰਨਗੇ। ਸੋ ਉਹ ਆਪ ਜਿੱਤਦੇ ਕਾਂਗਰਸ ਦੇ ਕੈਂਡੀਡੇਟਾਂ ਨੂੰ ਜ਼ਰੂਰ ਹਰਾ ਦੇਣਗੇ। ਆਪ ਉਹ ਜਿੱਤਣ ਚਾਹੇ ਉਹ ਨਾ ਜਿੱਤਣ, ਬਟ ਜੇ ਤੁਸੀਂ ਕਿਸੇ ਦੇ ਉੱਤੇ ਬੰਬ ਸਿੱਟੋਗੇ ਤੇ ਫਿਰ ਉਹ ਵੀ ਲੱਕ ਨਾਲ ਬੰਬ ਬੰਨ੍ਹ ਕੇ ਤੁਹਾਡੇ ਕੈਂਡੀਡੇਟ ਦੇ ਉੱਤੇ ਹੀ ਛਾਲ ਮਾਰਨਗੇ। ਸੋ ਅੱਜ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਭਰੋਸਾ ਦਿੱਤਾ ਕਿ ਤੇਰੇ ਨਾਲ ਚੱਲੂੰਗਾ, ਤੇਰੀ ਟਿਕਟ ਵਾਸਤੇ ਅਜੇ ਵੀ ਕਿਹੜੀ ਕੋਈ ਗੱਲ ਆ, ਉਹਦੀ ਕਿਹੜੀ ਐਲਾਨ ਹੋ ਗਈ ਆ, ਇੱਥੇ ਇਹਦੇ 'ਚ ਕੁਛ ਨਹੀਂ ਵਿਗੜਿਆ। ਪਰ ਮੈਨੂੰ ਅਖੀਰ 'ਤੇ ਮੈਂ ਇੱਕ ਗੱਲ ਕਹਾਂ ਕਿ ਉਹ ਜਿਹੜਾ ਕਹਿੰਦੇ ਹੁੰਦੇ ਆ ਕਿ ਰਹਿਮਨ ਧਾਗਾ ਪ੍ਰੇਮ ਕਾ ਮਤ ਤੋੜੋ ਚਟਕਾਏ, ਟੂਟੇ ਸੇ ਜੁੜਤਾ ਨਹੀਂ ਜੁੜੇ ਗਾਂਠ ਪੜ ਜਾਏ। ਸੋ ਅੱਜ ਜੋ ਪਾਰਟੀ ਨੇ ਮੇਰੇ ਨਾਲ ਕਰਤਾ, ਮੇਰੇ ਮਨ 'ਚ ਇੱਕ ਮਲਾਲ ਆ ਗਿਆ, ਪਤਾ ਨਹੀਂ ਕਿਉਂ। ਜਿਸ ਕਾਂਗਰਸ ਪਾਰਟੀ ਲਈ ਇੰਨਾ ਸਿਰ ਤੋੜ, ਕਿਸੇ ਨੇ ਕੋਈ ਗੱਲ ਕਹਿ ਦੇਣੀ ਉਹਦੇ ਨਾਲ ਗਲ ਪੈਣ ਤਾਂ ਹੀ ਜਾਣਾ, ਅੱਜ ਉਹਦੇ ਤੋਂ ਆਪ ਹੀ ਐਂ ਲੱਗੀ ਜਾਂਦਾ, ਪੰਜਾਬੀ 'ਚ ਇੱਕ ਸ਼ਬਦ ਹੁੰਦਾ ਨਕਸ਼ਣ ਜਿਹਾ ਹੀ ਪੈ ਜਾਣੇ, ਉਵੇਂ ਦਾ ਹੋਈ ਜਾਂਦਾ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਮੋਗਿਓਂ ਚੱਲ ਕੇ ਤੇ ਜਲੰਧਰ ਆਏ ਹੋ ਸਟੂਡੀਓ ਦੇ ਵਿੱਚ। ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸਾਰੇ ਜਿਹੜੇ ਵੀ ਲੋਕ ਸਰਗਰਮ ਰਹਿਣਾ ਚਾਹੁੰਦੇ ਆ ਜਾਂ ਸਰਗਰਮ ਹੈਗੇ ਆ, ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ। ਧੰਨਵਾਦ। ਮੈਂ ਅਖੀਰ 'ਚ ਤੁਹਾਡਾ ਵੀ ਔਰ ਪ੍ਰਾਈਮ ਏਸ਼ੀਆ TV ਦਾ ਬੜਾ ਸ਼ੁਕਰਗੁਜ਼ਾਰ ਹਾਂ। ਮੈਂ ਬਹੁਤ ਪਿਆਰ ਕਰਦਾ ਤੁਹਾਡੇ ਸਾਰੇ, ਪੰਨੂ ਸਾਹਿਬ ਹੋਣਾ ਨੂੰ, ਬਾਠ ਸਾਹਿਬ ਹੋਣਾ ਨੂੰ, ਤੁਹਾਨੂੰ ਸਾਰਿਆਂ ਨੂੰ ਅਸੀਂ ਸੁਣਦੇ ਵੀ ਹਾਂ। ਔਰ ਮੈਂ ਤੁਹਾਡੇ ਰੂਬਰੂ ਹੋ ਕੇ ਮੈਨੂੰ ਬਹੁਤ ਚੰਗਾ ਲੱਗਿਆ। ਤੁਹਾਡੇ ਰਾਹੀਂ ਮੈਂ ਤੁਹਾਡੇ ਲੱਖਾਂ ਦਰਸ਼ਕਾਂ ਤੱਕ ਪਹੁੰਚ ਕੀਤੀ ਹੈ। ਔਰ ਮੈਂ ਇੱਕੋ ਹੀ ਗੱਲ ਅਖੀਰ ਦੇ ਵਿੱਚ ਕਹੂੰਗਾ ਕਿ ਤੁਹਾਡੇ ਦਰਸ਼ਕਾਂ ਰਾਹੀਂ ਮੈਂ ਸੁਨੇਹਾ ਦੇਣਾ ਚਾਹੁੰਦਾ ਕਿ ਰਾਜਨੇਤਾ ਔਰ ਅਭਿਨੇਤਾ ਦੇ ਵਿੱਚ ਇੱਕ ਫਰਕ ਹੁੰਦਾ। ਰਾਜਨੇਤਾ ਰੀਅਲ ਹੀਰੋ ਬਣ ਕੇ ਕੰਮ ਕਰਦਾ, ਉਹਦੇ ਵਿੱਚ ਹੋ ਸਕਦਾ ਬਹੁਤ ਸਾਰੇ ਵਿਲਨ ਵੀ ਹੋਣ, ਪਰ ਜਿਹੜੇ ਰੀਲ ਵਾਲੇ ਹੀਰੋ ਆ ਉਹ ਕਦੇ ਅਸਲ ਲੋਕਾਂ ਦੀ ਮਦਦ ਨਹੀਂ ਕਰ ਸਕਦੇ। ਸੋ ਦੂਜੀ ਗੱਲ ਇਹ ਹੈਗੀ ਆ ਕਿ ਤੁਸੀਂ ਹਰ ਇੱਕ ਪੋਲੀਟੀਕਲ ਬੰਦੇ ਨੂੰ ਇੱਕੋ ਨਜ਼ਰ ਨਾਲ ਨਾ ਦੇਖ ਲਿਆ ਕਰੋ। ਜਦੋਂ ਵੀ ਤੁਹਾਨੂੰ ਲੱਗੇ ਕਿਸੇ ਬੰਦੇ ਦੇ ਕਰੈਕਟਰ ਦੇ ਉੱਤੇ ਉਂਗਲ ਉਛਾਲਣ ਤੋਂ ਪਹਿਲਾਂ ਉਸ ਬੰਦੇ ਬਾਰੇ ਘੋਖ ਪੜਤਾਲ ਕਰ ਲਿਆ ਕਰੋ। ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ, ਜੇ ਸਾਰੇ ਚੰਗੇ ਨਹੀਂ ਤੇ ਸਾਰੇ ਮਾੜੇ ਵੀ ਨਹੀਂ। ਬਹੁਤ ਧੰਨਵਾਦ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸੋ ਦੋਸਤੋ, ਇਹ ਸਨ ਡਾਕਟਰ ਹਰਜੋਤ ਕਮਲ, ਜਿਹੜੇ ਕਿ ਮੋਗਾ ਹਲਕੇ ਤੋਂ ਸਿਟਿੰਗ MLA ਆ। ਆਸ ਹੈ ਤੁਸੀਂ ਇਹਨਾਂ ਦੀਆਂ ਗੱਲਾਂ ਨੂੰ ਸੁਣਿਆ ਹੋਊਗਾ, ਸਮਝਿਆ ਹੋਊਗਾ, ਵਿਚਾਰਿਆ ਹੋਊਗਾ ਤੇ ਆਪਣੀਆਂ ਟਿੱਪਣੀਆਂ ਜ਼ਰੂਰ ਦੇਣਾ। ਤੇ ਪ੍ਰਾਈਮ ਇਲੈਕਸ਼ਨ ਪ੍ਰੋਗਰਾਮ ਦੇ ਤਹਿਤ ਕਿਸੇ ਹੋਰ ਸ਼ਖਸੀਅਤ ਦੇ ਨਾਲ, ਕਿਸੇ ਹੋਰ ਰਾਜਨੇਤਾ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਹੁਣ ਦਿਓ ਆ ਗਿਆ। ਬਹੁਤ ਬਹੁਤ ਮਿਹਰਬਾਨੀ।